Yes, please. Let us start NAPSLA examination. Good morning, everyone. Today we will discuss paper number 5, Indian Penal Code, IPC, IPC 1860. From chapter number 4. अपनी अपनी बुक्स निकालो जी. चैप्टर नंबर 4, जनरल एक्सेप्शंस, from section number 76. Chapter 4, general exceptions, from section 76. Act done by a person bound or by mistake of fact believing himself bound by law. ਇਹ ਜਨਰਲ ਐਕਸੈਪਸ਼ਨਸ ਕੀ ਨੇ? ਇਹ ਜਨਰਲ ਸਿੰਪਲ ਸਮਝਾ ਦਵਾਂ. ਜਨਰਲ ਐਕਸੈਪਸ਼ਨਸ ਜਦੋਂ ਕੋਈ ਵਿਅਕਤੀ ਦੇ ਖਿਲਾਫ ਕਿਤੇ ਕੋਈ ਗਲਤੀ ਨਾਲ ਕੋਈ ਕੰਮ ਹੋ ਜਾਂਦਾ ਪਰ ਉਹ ਜਾਣਬੁੱਝ ਕੇ ਨਹੀਂ ਕਰਦਾ, ਵਿਦ ਮੈਲਾਫੈਂਡੇਸ਼ਨ ਨਹੀਂ ਕਰਦਾ, ਠੀਕ ਹੈ, ਉਹ ਸਮਝਦਾ ਕਿ ਬਈ ਮੇਰੀ ਜ਼ਿੰਮੇਵਾਰੀ ਇਹ ਕੰਮ ਕਰਨ ਦੀ, ਜਾਂ ਮੈਨੂੰ ਬਾਏ ਲਾਅ ਇਹ ਮੇਰੀ ਰਿਸਪੌਂਸਿਬਿਲਿਟੀ ਹੁੰਦੀ ਹੈ, ਜਾਂ ਕੋਈ ਸੈਲਫ ਡਿਫੈਂਸ ਦੇ ਵਿੱਚ ਵੀ ਕੰਮ ਕਰਦਾ ਹੈਗਾ, ਤਾਂ ਉਹਦੇ ਵਿੱਚ ਕੀ ਹੈਗਾ, ਜਿਹੜਾ ਲਾਅ ਹੈ ਉਹਨੂੰ ਪ੍ਰੋਟੈਕਟ ਕਰਦਾ ਹੈ. ਲਾਅ ਉਸਨੂੰ ਪ੍ਰੋਟੈਕਟ ਕਰਦਾ, ਉਹਦੇ ਵੱਲੋਂ ਯਾਨੀ ਕਿ ਜਿਹੜਾ ਕੰਮ ਕੀਤਾ ਹੈਗਾ ਉਹ ਜਨਰਲ ਜਾਨੀ ਕਿ ਬਾਈ ਲਾਅ ਸਮਝਦਾ ਵੀ ਮੇਰੀ ਜ਼ਿੰਮੇਵਾਰੀ ਮੰਗੀ, ਇਸ ਕਰਕੇ ਉਹ ਆਫੈਂਸ ਨਹੀਂ ਗਿਣਿਆ ਜਾਂਦਾ ਉਹਦੇ ਅਗੇਂਸਟ. ਇੱਦਾਂ ਦੀਆਂ ਇਹ ਜਨਰਲ ਐਕਸੈਪਸ਼ਨਸ ਨੇ ਜਿਹੜੀਆਂ, ਜਿੱਥੇ ਕੋਈ ਵਿਅਕਤੀ ਕੰਮ ਕਰਦਾ ਹੈਗਾ ਵਿਦ ਬੋਨਾਫਾਈਡ, ਵਿਦਆਊਟ ਮੈਲਾਫਾਈਡ ਇੰਟੈਂਸ਼ਨ, ਤਾਂ ਉੱਥੇ ਕਿੱਥੇ ਕਿਹੜੇ ਕੇਸਿਸ ਐਸੇ ਹੈਗੇ ਜਿੱਥੇ ਉਸਦਾ ਜਿਹੜਾ ਕੀਤਾ ਗਿਆ ਕੰਮ ਹੈਗਾ ਉਹ ਆਫੈਂਸ ਦੇ ਵਿੱਚ ਨਹੀਂ ਗਿਣਿਆ ਜਾਂਦਾ. ਜਾਨੀ ਕਿ ਕੋਈ ਬੰਦਾ ਕਿਸੇ ਨੂੰ ਮਾਰਨ ਲਈ ਆਉਂਦਾ, ਉਹਦਾ ਸੈਲਫ ਡਿਫੈਂਸ ਕਰਦਾ ਹੈਗਾ, ਠੀਕ ਹੈ, ਉੱਥੇ ਉਹਦਾ ਆਫੈਂਸ ਨਹੀਂ ਗਿਣਿਆ ਜਾਂਦਾ. ਇੱਦਾਂ ਇਹ ਅਲੱਗ-ਅਲੱਗ ਸੈਕਸ਼ਨਸ ਹੈਗੇ ਨੇ, ਥੋੜਾ ਫਰਕ ਹੈ ਸਾਰਿਆਂ ਦੇ ਵਿੱਚ, ਤੇ ਕਿਤੇ ਕਿਸ ਵਿਅਕਤੀ ਨੂੰ ਜਿਹੜਾ ਆਫੈਂਸ ਹੈਗਾ ਉਹ ਲਾਅ ਦੇ ਵਿੱਚ ਨਹੀਂ ਗਿਣਿਆ ਜਾਂਦਾ, ਉਹਦੇ ਵੱਲੋਂ ਕੀਤਾ ਗਿਆ ਜਿਹੜਾ ਕੋਈ ਕੰਮ ਹੈਗਾ. ਸੈਕਸ਼ਨ 76 ਕੀ ਕਹਿੰਦਾ? ਐਕਟ ਡਨ ਬਾਈ ਪਰਸਨ ਬਾਉਂਡ ਔਰ ਬਾਈ ਮਿਸਟੇਕ. ਜਦ ਤਾਂ ਉਹਨੂੰ ਲੱਗਦਾ ਹੈ ਵੀ ਮੇਰੇ ਇਹ ਲਾਅ ਦੇ ਨਾਲ ਮੈਂ ਬਾਉਂਡ ਕੀਤਾ ਗਿਆ, ਕਾਨੂੰਨ ਵੱਲੋਂ ਮੈਨੂੰ ਬਾਉਂਡ ਕੀਤਾ ਗਿਆ ਵੀ ਇਹ ਕੰਮ ਕਰਨ ਦੀ ਮੇਰੀ ਜ਼ਿੰਮੇਵਾਰੀ ਹੈ, ਜਾਂ ਉਹਨੂੰ ਲੱਗਦਾ ਉਹ ਤੋਂ ਗਲਤੀ ਹੋ ਜਾਂਦੀ ਹੈ ਪਰ ਉਹ ਕਹਿੰਦਾ ਵੀ ਮੈਨੂੰ ਤਾਂ ਬਾਉਂਡ ਕੀਤਾ ਹੋਇਆ ਕਾਨੂੰਨ ਨੇ, ਬਲੀਵ ਕਰਦਾ ਹੈ ਆਪਦੇ ਆਪ ਨੂੰ ਵੀ ਹਾਂ ਮੇਰੀ ਜ਼ਿੰਮੇਵਾਰੀ ਬਣਦੀ ਹੈ ਕੰਮ ਕਰਨ ਦੀ, ਪਰ ਉਹ ਤਾਂ ਕੰਮ ਹੋ ਜਾਂਦਾ, ਪਰ ਐਕਚੁਅਲੀ ਕੰਮ ਹੋ ਜਾਂਦਾ ਗਲਤ, ਠੀਕ ਹੈ, ਪਰ ਉਹ ਜਾਣਬੁੱਝ ਕੇ ਗਲਤ ਕੰਮ ਨਹੀਂ ਕਰਦਾ ਹੈਗਾ. ਉਹਨੂੰ ਲੱਗਦਾ ਵੀ ਮੇਰੀ ਤਾਂ ਜ਼ਿੰਮੇਵਾਰੀ ਕਾਨੂੰਨ ਮੁਤਾਬਕ ਮੇਰੀ ਜ਼ਿੰਮੇਵਾਰੀ ਇਹ ਕੰਮ ਕਰਨ ਦੀ, ਉਹ ਤਾਂ ਕੰਮ ਹੋ ਜਾਂਦਾ, ਤੇ ਇਸ ਕਰਕੇ ਫਿਰ ਉਹ ਕੀਤੇ ਗਏ ਕੰਮ ਦੇ ਪ੍ਰਤੀ ਉਹ ਜਿਹੜਾ ਹੈਗਾ ਪੁਨਿਸ਼ੇਬਲ ਨਹੀਂ ਹੁੰਦਾ ਹੈਗਾ. Nothing is an offense which is done by a person who is or who by reason of mistake of fact, not by reason of mistake of law, ਬਾਉਂਡ ਬਾਈ ਲਾਅ. ਉਹਨੂੰ ਲੱਗਦਾ ਮੇਰੀ ਜ਼ਿੰਮੇਵਾਰੀ ਹੈ, ਮੈਨੂੰ ਕਾਨੂੰਨ ਮੁਤਾਬਕ ਇਹ ਕੰਮ ਕਰਨਾ ਬਣਦਾ. ਜਿਵੇਂ ਕਿ ਕੋਈ ਸੋਲਜਰ ਹੈਗਾ, ਫਾਇਰ ਕਰਦਾ ਮੌਬ ਦੇ ਉੱਪਰ, ਭੀੜ ਦੇ ਉੱਪਰ ਫਾਇਰ ਕਰਦਾ, ਉਹਦੇ ਕਿਸੇ ਸੁਪੀਰੀਅਰ ਆਫੀਸਰ ਨੇ ਉਹਨੂੰ ਕੋਈ ਹੁਕਮ ਕੀਤਾ ਹੈ, ਯਾਨੀ ਕਿ ਅਨਲੌਫੁਲ ਅਸੈਂਬਲੀ ਇਕੱਠੀ ਹੋਈ ਵੀ ਸੀ ਉਹਨੂੰ ਡਿਸਪਰਸ ਕਰਨ ਦੀ ਖਾਤਰ, ਠੀਕ ਹੈ, ਕਿਸੇ ਸੁਪੀਰੀਅਰ ਆਫੀਸਰ ਨੇ ਆਪਣੇ ਸਿਪਾਹੀ ਨੂੰ ਹੁਕਮ ਕੀਤਾ ਵੀ ਫਾਇਰ ਕਰ ਦਿਓ, ਉਹ ਫਾਇਰ ਕਰ ਦਿੰਦਾ ਹੈ. ਉਹ ਫਾਇਰ ਦੇ ਨਾਲ ਕਿਸੇ ਬੰਦੇ ਨੂੰ ਕੋਈ ਨੁਕਸਾਨ ਹੁੰਦਾ ਹੋਰ ਹੁੰਦਾ, ਤਾਂ ਉਹਦੇ ਵਿੱਚ ਕੀ ਹੈਗਾ, ਉਹ ਜਿਹੜਾ ਸੋਲਜਰ ਹੈ ਉਹ ਪੁਨਿਸ਼ੇਬਲ ਨਹੀਂ ਮੰਨਿਆ ਜਾਂਦਾ, ਠੀਕ ਹੈ, ਉਹ ਬਾਉਂਡ ਬਾਈ ਲਾਅ ਹੁੰਦਾ ਹੈ. ਇਸੇ ਤਰ੍ਹਾਂ ਜਿਹੜੀ ਐਗਜ਼ਾਮਪਲ ਹੈ ਬੀ ਐਗਜ਼ਾਮਪਲ ਹੈਗੀ ਇਹਦੀ, ਏ ਐਨ ਆਫੀਸਰ ਆਫ ਏ ਕੋਰਟ ਆਫ ਜਸਟਿਸ, ਕੋਈ ਅਦਾਲਤ ਹੈ, ਅਦਾਲਤ ਨੇ ਕੋਈ ਆਰਡਰ ਕਰਤਾ ਕਿਸੇ ਆਪਦੇ ਆਫੀਸਰ ਨੂੰ, ਬੀਇੰਗ ਆਰਡਰਡ ਬਾਈ ਦਾ ਕੋਰਟ ਦੇ ਆਰਡਰ ਦੇ ਮੁਤਾਬਕ ਕੀ ਕਰਦਾ, ਅਰੈਸਟ ਕਰ ਲੈਂਦਾ ਵਾਈ ਨੂੰ ਅਰੈਸਟ ਕਰਨ ਦੇ ਲਈ ਆਰਡਰ ਮਿਲਿਆ ਉਸਨੂੰ, ਪਰ ਉਹ ਗਲਤੀ ਨਾਲ ਜੱਜ ਨੂੰ ਅਰੈਸਟ ਕਰ ਲੈਂਦਾ ਹੈ, ਠੀਕ ਹੈ, ਗਲਤੀ ਦੇ ਨਾਲ. ਇਹ ਹੈਜ਼ ਕਮਿਟਡ ਨੋ ਆਫੈਂਸ. ਇੱਥੇ ਕੀ ਕਹੇਗਾ ਵੀ ਉਹਨੂੰ ਜਿਹੜਾ ਹੈਗਾ ਉਹਦੇ ਵੱਲੋਂ ਜਿਹੜਾ ਇਹ ਜੁਰਮ ਨਹੀਂ ਕੀਤਾ ਗਿਆ, ਕੋਈ ਆਫੈਂਸ ਨਹੀਂ ਕੀਤਾ ਗਿਆ, ਉਹਨੇ ਸਮਝਿਆ ਵੀ ਮੈਨੂੰ ਕੋਰਟ ਨੇ ਆਰਡਰ ਕੀਤਾ, ਮੈਂ ਇਹਨੂੰ ਅਰੈਸਟ ਕਰ ਰਿਹਾ ਹਾਂ ਬਾਈ ਮਿਸਟੇਕ. ਜੇ ਕਿਸੇ ਹੋਰ ਨੂੰ ਅਰੈਸਟ ਕਰ ਲੈਂਦਾ ਤਾਂ ਇਹਦੀ ਕੋਈ ਪਨਿਸ਼ੇਬਲ ਨਹੀਂ ਹੁੰਦਾ, ਕਮਿਟ ਆਫੈਂਸ ਨਹੀਂ ਕਿਹਾ ਜਾ ਸਕਦਾ. ਸੈਕਸ਼ਨ 77 ਐਕਟ ਆਫ ਜੱਜ ਵੈਨ ਐਕਟਿੰਗ ਜੁਡੀਸ਼ੀਅਲੀ. ਜਦੋਂ ਕੋਈ ਵੀ ਜੱਜ ਜੁਡੀਸ਼ੀਅਲ ਕੋਰਟ ਦੇ ਵਿੱਚ ਜੁਡੀਸ਼ੀਅਲੀ ਤੌਰ ਤੇ ਕੰਮ ਕਰਦਾ ਹੈਗਾ, ਉਹਦੇ ਵੱਲੋਂ ਕੋਈ ਕੰਮ ਕੀਤਾ ਜਾ ਰਿਹਾ ਹੈ, ਗੁੱਡ ਫੇਥ ਦੇ ਵਿੱਚ ਕੀਤਾ ਜਾ ਰਿਹਾ ਹੈ, ਵਿਦਆਊਟ ਐਨੀ ਮੈਲਾਫਾਈਡ ਇੰਟੈਂਸ਼ਨ ਕੀਤਾ ਜਾ ਰਿਹਾ ਹੈ, ਕੋਈ ਗਲਤੀ ਕੰਮ ਉਹ ਤੋਂ ਹੋ ਜਾਂਦੀ ਹੈ, ਰਿਕਾਰਡ ਦੇ ਵਿੱਚ ਕੋਈ ਕੰਮ ਕਰਨ ਦੇ ਵਿੱਚ ਕੋਈ ਗਲਤੀ ਹੋ ਜਾਂਦੀ ਹੈ, ਤਦ ਵੀ ਇਹ ਕਿਹਾ ਗਿਆ ਵੀ ਇਹ ਜਿਹੜਾ ਹੈਗਾ ਉਸਦਾ ਆਫੈਂਸ ਨਹੀਂ ਹੋਏਗੀ ਉਹਦੇ ਵੱਲੋਂ ਕੀਤੀ ਗਈ ਗਲਤੀ, ਜੇ ਕੋਈ ਉਹਨੇ ਜਾਣਬੁੱਝ ਕੇ ਨਾ ਕੀਤੀ ਗਈ ਹੋਵੇ, ਗੁੱਡ ਫੇਥ ਕੀਤੀ ਗਈ ਹੋਵੇ. ਕੋਈ ਆਰਡਰ ਸੁਣਾਤਾ ਹੈ, ਆਰਡਰ ਦੇ ਵਿੱਚ ਕੋਈ ਮਿਸਟੇਕ ਹੋ ਗਈ, ਗੁੱਡ ਫੇਥ ਮਿਸਟੇਕ ਹੋ ਗਈ, ਹੀ ਬਿਲੀਵਸ ਟੂ ਬੀ ਗਿਵਨ ਟੂ ਹਿਮ ਬਾਈ ਲਾਅ. ਉਹਨੂੰ ਲੱਗਦਾ ਵੀ ਮੈਂ ਕਾਨੂੰਨ ਦੇ ਮੁਤਾਬਕ ਇਹ ਕੰਮ ਕਰਨ ਦੇ ਲਈ ਮੈਂ ਬਾਉਂਡ ਹਾਂ, ਉਹ ਕੋਈ ਕੰਮ ਕਰ ਦਿੰਦਾ ਹੈ, ਠੀਕ ਹੈ, ਉਹਦੇ ਵੱਲੋਂ ਕੋਈ ਐਸਾ ਆਰਡਰ ਪਾਸ ਹੋ ਜਾਂਦਾ, ਪਰ ਇਨਫੈਕਟ ਉਹ ਆਰਡਰ ਗਲਤ ਹੋ ਜਾਂਦਾ ਹੈ, ਪਰ ਉਹ ਗੁੱਡ ਫੇਥ ਦੇ ਵਿੱਚ ਆਪਦੇ ਆਪ ਨੂੰ ਸਹੀ ਸਮਝ ਕੇ ਲਾਅ ਆਰਡਰ ਪਾਸ ਕਰਦਾ ਹੈ, ਤਾਂ ਦੈਨ ਹੀ ਇਜ਼ ਨਾਟ ਪਨਿਸ਼ੇਬਲ ਬਾਈ ਐਨੀ ਲਾਅ, ਉਹ ਆਫੈਂਸ ਨਹੀਂ ਮੰਨਿਆ ਜਾਏਗਾ. ਦੈਨ ਸੈਕਸ਼ਨ 78 ਹੈ ਐਕਟ ਡਨ ਪਰਸੂਐਂਟ ਟੂ ਜਜਮੈਂਟ ਔਰ ਆਰਡਰ ਆਫ ਦਾ ਕੋਰਟ. ਕੋਰਟ ਨੇ ਕੋਈ ਆਰਡਰ ਕੀਤਾ, ਕੋਈ ਜਜਮੈਂਟ ਦਿੱਤੀ ਹੈ, ਉਸ ਆਰਡਰ ਨੂੰ ਲਾਗੂ ਕਰਨ ਦੀ ਖਾਤਰ, ਐਗਜ਼ੀਕਿਊਸ਼ਨ ਕਰਨ ਦੀ ਖਾਤਰ, ਉਸ ਆਰਡਰ ਨੂੰ ਜਜਮੈਂਟ ਨੂੰ ਐਗਜ਼ੀਕਿਊਟ ਕਰਨ ਵੇਲੇ ਜੇ ਕੋਈ ਕੰਮ ਹੋ ਗਿਆ, ਅਚਾਨਕ ਗਲਤ ਹੋ ਗਿਆ ਪਰ ਜਾਣਬੁੱਝ ਕੇ ਗਲਤ ਨਹੀਂ ਕੀਤਾ,
लगता है मैं सही कर रहा, मैं कोर्ट के ऑर्डर की पालना कर रहा, कोई ऑफिसर जो जिमें कि कोई जज ने वारंट कब्जा जारी किया, ठीक है, इदां दी कोई अटैचमेंट जारी की, अगे साडे कोई ऑफिसर जाके कोई काम करते हैं तो उस वालों कीते गए काम नूं इफ डन वाइज सच जजमेंट और ऑर्डर रिमेन्स इन फोर्स, वो जजमेंट है जी ऑर्डर है वो फोर्स दे विच होवे, वो स्टे ना उहदे ते कोई हुई होवे, इज एन ऑफेंस नॉट स्टैंडिंग द कोर्ट में नो डिसीजन। जेकर बाद ये पता लगता भी इस कोर्ट नूं ये जजमेंट पास करना कोई अधिकार नहीं सीगा, ठीक है, पर उसकी एग्जीक्यूशन दे विच काम किया गया तो वह ऑफेंस नहीं मन्निया जाएगा। नेक्स्ट है सेक्शन 79, एक्ट डन बाय ए पर्सन जस्टिफाइड और बाय मिस्टेक ऑफ फैक्ट बिलीविंग हिमसेल्फ जस्टिफाइड बाय लॉ। किसी व्यक्ति वालों किया गया काम उन्हें लगता है भी जस्टिफाई कर रहा है, मैं कोई मिस्टेक नहीं, मैं कानून के मुताबिक यह काम किया हैगा, तो वह भी जो किया गया काम है उस वालों पुनिशेबल नहीं होएगा, ऑफेंस नहीं होएगा। जिमें कि एक एग्जांपल ਅਸੀਂ देख रही ए सीज जेड कमिट व्हाट अपीयर्स टू ए टू बी मर्डर, ए सी जेड ए जेड ਨੂੰ ਪਕੜ ਲੈਂਦਾ ਹੈ, ए सी जेड commit what appears to be to a to be murder to be a murder, a in the exercise to the best of his judgment extended in good faith, ਇਹ good faith ਦੇ ਵਿੱਚ ਜੱਜ ਨੂੰ ਸੀਜ਼ ਕਰ ਲੈਂਦਾ, ਪਕੜ ਲੈਂਦਾ ਹੈਗਾ ਆਫ ਦਾ ਪਾਵਰ ਵਿਚ ਦ ਲਾਅ ਗਿਵਸ ਟੂ ਆਲ ਦ ਪਰਸਨਸ ਐਪਰੀਹੈਂਡਿੰਗ ਮਰਡਰਰਸ। ਜੇ ਕੋਈ ਵਿਅਕਤੀ ਮਰਡਰ ਕਰਦਾ ਹੈਗਾ ਹਰ ਵਿਅਕਤੀ ਜ਼ਿੰਮੇਵਾਰੀ ਬਣ ਜਾਂਦੀ ਵੀ ਉਸ ਨੂੰ ਪਕੜ ਕੇ ਪਕੜੇ, ਜੇ ਕੋਈ ਸਮਝਦਾ ਹੈਗਾ ਤਾਂ ਉਹਨੂੰ ਮਰਡਰ ਨੂੰ ਪਕੜਨ ਦੀ ਰਿਸਪੌਂਸਿਬਿਲਿਟੀ ਹਰ ਇੱਕ ਦੀ ਬਣ ਜਾਂਦੀ, ਇਕੱਲੇ ਪੁਲਿਸ ਆਫੀਸਰ ਦੀ ਨਹੀਂ ਹੁੰਦੀ। ਇਹ ਹੈਜ਼ ਕਮਿਟਡ ਨੋ ਆਫੈਂਸ। ਬੇਸ਼ੱਕ ਜਿਹੜਾ ਜੱਜ ਸੀਗਾ ਉਹ ਆਪਦੇ ਸੈਲਫ ਡਿਫੈਂਸ ਦੇ ਵਿੱਚ ਕੋਈ ਗੱਲ ਕਰ ਰਿਹਾ ਸੀਗਾ, ਆਪਦੇ ਆਪ ਨੂੰ ਬਚਾਅ ਕਰ ਰਿਹਾ ਸੀਗਾ, ਪਰ ਫਿਰ ਵੀ ਇਹਨੇ ਉਸ ਨੂੰ ਪਕੜ ਲਿਆ ਹੈਗਾ ਤੇ ਇੱਥੇ ਇਹ ਨਹੀਂ ਕਿਹਾ ਜਾ ਸਕਦਾ ਵੀ ਜੱਜ ਨੇ ਕੋਈ offense commit ਕੀਤਾ ਹੈ। Section 80 accident in doing a lawful act, ਕੋਈ ਕਾਨੂੰਨ ਦੇ ਮੁਤਾਬਕ ਕੋਈ ਕੰਮ ਕਰ ਰਿਹਾ ਹੈਗਾ, ਲਾਫਲੀ ਕੰਮ ਕਰ ਰਿਹਾ ਹੈਗਾ, ਪਰ ਉਹਦੇ ਤੋਂ ਫਿਰ ਵੀ ਜਿਹੜਾ ਹੈਗਾ ਕੋਈ ਐਕਸੀਡੈਂਟ ਹੋ ਜਾਂਦਾ ਹੈ ਅਚਾਨਕ, ਜਾਣਬੁੱਝ ਕੇ ਨਹੀਂ ਕਰਦਾ, ਤਾਂ ਉਸ ਨੂੰ ਵੀ ਅਸੀਂ offense ਨਹੀਂ ਕਹਿ ਸਕਦੇ। ਜਿਵੇਂ ਕਿ ਇੱਕ ਐਗਜ਼ਾਮਪਲ ਦਿੱਤੀ ਗਈ ਹੈ, ਇਹ ਸ਼ਾਇਦ ਆਪਾਂ ਰਿਪੀਟ ਹੋ ਰਿਹਾ ਮੇਰੇ ਖਿਆਲ, ਇਹ ਇਜ਼ ਐਟ ਵਰਕ ਵਿਦ ਏ ਹੈਚਡ, ਇਹ ਕੁਹਾੜੇ ਨਾਲ ਕੋਈ ਕੰਮ ਕਰ ਰਿਹਾ ਸੀਗਾ, ਕੁਹਾੜੇ ਲੱਕੜੀ ਤੋੜ ਰਿਹਾ ਸੀ, ਲੱਕੜੀ ਮਤਲਬ ਕਿ ਕੋਈ ਦਰਖਤ ਨੂੰ ਕੱਟ ਰਿਹਾ ਸੀਗਾ, ਅਚਾਨਕ ਕੁਹਾੜੇ ਦਾ ਜਿਹੜਾ ਮੂਹਰਲਾ ਹੈਗਾ ਕੁਹਾੜਾ ਨਿਕਲ ਕੇ ਕਿਸੇ ਹੋਰ ਤੇ ਲੱਗਦਾ ਹੈ, ਠੀਕ ਹੈ, ਇਹ ਜਾਣਬੁੱਝ ਕੇ ਉਹਦੇ ਵੱਲੋਂ ਕੋਈ ਨਹੀਂ ਕੀਤਾ ਗਿਆ ਜਿਹੜਾ ਐਕਟ ਕੀਤਾ ਗਿਆ ਹੈ, ਤੇ ਇਹਦੇ ਵਿੱਚ ਉਸ ਨੂੰ ਇਹ ਐਕਸਕਿਊਜ਼ੇਬਲ ਹੋਏਗਾ, ਉਹਦਾ ਜਿਹੜਾ ਇਹ offense ਨਹੀਂ ਮੰਨਿਆ ਜਾਏਗਾ। Section 81 act likely to cause harm but done without criminal intent, ਕੋਈ ਐਕਟ ਕੀਤਾ ਜਾ ਰਿਹਾ ਹੈ ਜਿਹਦੇ ਨਾਲ ਲੱਗਦਾ ਵੀ ਇਹਨੂੰ ਨੁਕਸਾਨ ਹੋ ਸਕਦਾ ਹੈ, ਜਿਹਦੇ ਅਗੇਂਸਟ ਉਹ ਐਕਟ ਕੀਤਾ ਜਾ ਰਿਹਾ ਹੈ, ਬਟ ਨਾਟ ਡਨ ਵਿਦਾਊਟ ਕ੍ਰਿਮੀਨਲ ਇੰਟੈਂਟ, ਪਰ ਕ੍ਰਿਮੀਨਲ ਜਾਣਬੁੱਝ ਕੇ ਨਹੀਂ ਕੀਤਾ ਜਾ ਰਿਹਾ, ਇਸ ਮਨਸ਼ਾ ਨਾਲ ਨਹੀਂ ਕੀਤਾ ਜਾ ਰਿਹਾ ਵੀ ਮੈਂ ਇਸ ਨੂੰ ਨੁਕਸਾਨ ਪਹੁੰਚਾਉਣਾ ਹੈ, ਐਂਡ ਟੂ ਪ੍ਰੀਵੈਂਟ ਅਦਰ ਹਾਰਮ, ਨਥਿੰਗ ਇਜ਼ ਐਨ offense to cause harm if it is done without any criminal intention। ਨੁਕਸਾਨ ਤਾਂ ਬੇਸ਼ੱਕ ਹੋ ਜਾਂਦਾ ਬੰਦੇ ਦਾ, ਹੋ ਸਕਦਾ ਹੈ, ਲੱਗਦਾ ਵੀ ਹੋ ਵੀ ਸਕਦਾ ਹੈ, ਪਰ ਕ੍ਰਿਮੀਨਲ ਇੰਟੈਂਸ਼ਨ ਨਹੀਂ ਹੈਗੀ, ਕਿਸੇ ਬੰਦੇ ਨੂੰ ਨੁਕਸਾਨ ਪਹੁੰਚਾਉਣ ਦੀ ਖਾਤਰ ਕੋਈ ਕੰਮ ਨਹੀਂ ਕੀਤਾ ਜਾ ਰਿਹਾ, ਇਨ ਗੁੱਡ ਫੇਥ ਕੀਤਾ ਜਾ ਰਿਹਾ ਹੈ, ਫਾਰ ਦਾ ਪਰਪਸ ਆਫ ਪ੍ਰੀਵੈਂਟਿੰਗ ਔਰ ਅਵਾਇਡਿੰਗ ਅਦਰ ਹਾਰਮ, ਕੋਈ ਹੋਰ ਨੁਕਸਾਨ ਪਹੁੰਚਾਉਣ ਤੋਂ ਰੋਕਣ ਦੀ ਖਾਤਰ ਕੋਈ ਕੰਮ ਕੀਤਾ ਜਾ ਰਿਹਾ ਹੈ। ਜੇ ਕੋਈ ਕੰਮ ਕਰਦੇ ਕਰਦੇ ਐਸੀ ਕੋਈ ਗਲਤੀ ਹੋ ਜਾਂਦੀ ਹੈ ਤਾਂ ਉਸ ਨੂੰ ਵੀ offense ਨਹੀਂ ਕਿਹਾ ਜਾ ਸਕਦਾ। ਜਿਵੇਂ ਕਿ ਐਗਜ਼ਾਮਪਲ ਦੇਖਦੇ ਹਾਂ ਆਪਾਂ ਇੱਕ illustration A, the captain of a steam vessel suddenly and without any fault or negligence on his part finds himself in such a position that before he can stop his vessel he must inevitably run down to boat B। ਇਹ ਆਪਣੀ ਕਿਸ਼ਤੀ ਲੈ ਕੇ ਜਾ ਰਿਹਾ ਹੈ, ਸਟੀਮ ਵੈਸਲ ਹੈਗੀ ਆ ਉਹਦੇ ਕੋਲੇ, ਸਮੁੰਦਰ ਦੇ ਵਿੱਚ ਚੱਲ ਰਿਹਾ ਹੈ, ਉਹਨੂੰ ਲੱਗਦਾ ਵੀ ਜੇ ਮੈਂ ਜਿਹੜੀ ਮੇਰੇ ਸਾਹਮਣੇ ਕੋਈ ਬੋਟ B ਆ ਰਹੀ ਹੈ ਵੀ ਉਹਦੇ ਵਿੱਚ ਐਕਸੀਡੈਂਟ ਹੋਏਗਾ, ਮੇਰੇ ਉਹਦੇ 'ਚ ਟੱਕਰ ਹੋਣ ਵਾਲੀ ਹੈਗੀ ਹੈ, ਉਸ 'ਚ 20-25 ਬੰਦੇ ਉਸ 'ਚ ਸਵਾਰ ਹੈਗੇ ਆ, ਉਹ ਉਸ ਨੂੰ ਆਪਣੀ ਵਿਦ 20 ਔਰ 30 ਪੈਸੇਂਜਰਸ ਔਨ ਬੋਰਡ ਅਨਲੈਸ ਹੀ ਚੇਂਜਸ ਦਾ ਕੋਰਸ, ਜੇ ਉਹ ਆਪਦਾ ਜਿਹੜਾ ਰਸਤਾ ਨਹੀਂ ਬਦਲਦਾ ਹੈਗਾ ਤਾਂ ਐਕਸੀਡੈਂਟ ਹੋਣ ਦੀ ਸੰਭਾਵਨਾ, ਜਿਹੜੇ 20-30 ਬੰਦੇ ਹੈਗੇ ਆ ਉਹ ਮਤਲਬ ਕਿ ਜਿਹੜੀ ਬੋਟ ਹੈ ਡੁੱਬਣ ਦਾ ਖਤਰਾ ਹੈਗਾ। ਇਸ ਕਰਕੇ ਫਿਰ ਉਹ ਕੀ ਕਰਦਾ ਹੈ, ਉਹ ਸਾਹਮਣੇ ਜਿੱਧਰ ਨੂੰ ਹੁਣ ਉਸਨੇ ਟਰਨ ਕਰਨਾ ਹੈ ਉਧਰ ਸੀ ਬੋਟ ਰਹੀ ਹੈਗੀ ਆ, ਉਹ ਸੀ ਬੋਟ 'ਚ 2 ਜਾਂ 3 ਵਿਅਕਤੀ ਹੈਗੇ ਆ, ਠੀਕ ਹੈ, ਉਹ B ਬੋਟ ਨੂੰ ਬਚਾਉਣ ਦੀ ਖਾਤਰ ਸੀ ਵਾਲੇ ਪਾਸੇ ਨੂੰ ਉਹਨੂੰ ਲੱਗਦਾ ਮੈਂ ਸੀ ਬੋਟ ਤੋਂ ਵੀ ਬਚਾ ਕੇ ਗੱਡੀ ਆਪਣਾ ਜਿਹੜਾ ਬੋਟ ਹੈਗਾ ਨਿਕਾਲ ਲਵਾਂਗਾ, ਪਰ ਫਿਰ ਵੀ ਸੀ ਨੂੰ ਕੋਈ ਨਾ ਕੋਈ ਨੁਕਸਾਨ ਹੋਣ ਦੀ ਸੰਭਾਵਨਾ ਜਾਂ ਨੁਕਸਾਨ ਹੋ ਜਾਂਦਾ ਹੈ। ਤਾਂ ਇੱਥੇ ਜਿਹੜਾ ਹੈਗਾ ਕੈਪਟਨ ਵੱਲੋਂ
ਜਿਹੜਾ ਹੈਗਾ ਕੋਈ A ਦਾ ਜਿਹੜਾ ਕੈਪਟਨ ਹੈਗਾ ਉਹਦੇ ਵੱਲੋਂ ਕੋਈ offense ਨਹੀਂ ਕਮਿਟ ਕੀਤਾ ਗਿਆ, ਉਹਨੇ ਬਚਾਉਣ ਦੀ ਕੋਸ਼ਿਸ਼ ਕੀਤੀ ਹੈ, B ਕਿਸ਼ਤੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ। ਜੇ C ਕਿਸ਼ਤੀ ਨੂੰ ਥੋੜਾ ਬਹੁਤਾ ਕੋਈ ਨੁਕਸਾਨ ਹੁੰਦਾ ਹੈ ਤਾਂ ਇਹ ਗੁੱਡ ਫੇਥ 'ਚ ਹੀ ਕੀਤਾ ਹੈ, ਉਸਨੇ 20-30 ਬੰਦਿਆਂ ਨੂੰ ਬਚਾਉਣ ਦੀ ਖਾਤਰ ਜਿਹੜੀ ਕਿਸ਼ਤੀ ਆਪਦੀ ਟਰਨ ਕੀਤੀ ਹੈ। ਨੈਕਸਟ ਹੈ ਸੈਕਸ਼ਨ 82 ਐਕਟ ਆਫ ਅ ਚਾਈਲਡ ਅੰਡਰ 7 ਇਅਰਸ ਆਫ ਦਾ ਏਜ। 7 ਸਾਲ ਤੋਂ ਘੱਟ ਉਮਰ ਦੇ ਬੱਚੇ ਤੋਂ, ਠੀਕ ਹੈ, ਜੇ ਕੋਈ ਕੰਮ ਹੋ ਜਾਂਦਾ ਹੈ, ਗਲਤ ਕੰਮ ਹੋ ਜਾਂਦਾ ਹੈ, ਨਥਿੰਗ ਇਜ਼ ਐਨ ਅਫੈਂਸ ਵਿਚ ਇਜ਼ ਡਨ ਬਾਈ ਅ ਚਾਈਲਡ ਅੰਡਰ ਦਾ ਏਜ ਆਫ 7 ਇਅਰਸ, ਇਟ ਇਜ਼ ਨਾਟ ਐਨ ਅਫੈਂਸ, ਉਹਨੂੰ ਅਫੈਂਸ ਨਹੀਂ ਕਿਹਾ ਜਾ ਸਕਦਾ। ਇਸੇ ਤਰੀਕੇ ਸੈਕਸ਼ਨ 83 ਦੇ ਵਿੱਚ ਐਕਟ ਆਫ ਅ ਚਾਈਲਡ ਅਬਵ 7 ਇਅਰਸ ਐਂਡ ਅੰਡਰ ਦਾ 12 ਇਅਰਸ ਆਫ ਇਮੈਚੁਰ ਅੰਡਰਸਟੈਂਡਿੰਗ, ਬੱਚਾ ਹੋਵੇ 7 ਸਾਲ ਤੋਂ ਵੱਡੀ ਉਮਰ ਦਾ ਹੋਵੇ, 12 ਸਾਲ ਤੋਂ ਘੱਟ ਉਮਰ ਦਾ ਹੋਵੇ, ਪਰ ਉਹਦੀ ਜਿਹੜੀ ਅੰਡਰਸਟੈਂਡਿੰਗ ਆ ਉਹ ਮੈਚੁਰ ਨਾ ਹੋਈ ਹੋਵੇ, ਇਮੈਚੁਰ ਹੋਵੇ, ਉਹਦੇ ਵੱਲੋਂ ਜੇ ਕੋਈ ਕੰਮ ਹੋ ਜਾਂਦਾ, ਗਲਤ ਕੰਮ ਹੋ ਜਾਂਦਾ ਹੈ, ਕੋਈ ਨੁਕਸਾਨ ਕਿਸੇ ਹੋਰ ਦਾ ਹੋ ਜਾਂਦਾ, ਉਸ ਨੂੰ ਵੀ ਅਫੈਂਸ ਨਹੀਂ ਕਿਹਾ ਜਾ ਸਕਦਾ। ਸੈਕਸ਼ਨ 84 ਐਕਟ ਆਫ ਅ ਪਰਸਨ ਆਫ ਅਨਸਾਊਂਡ ਮਾਈਂਡ। ਅਨਸਾਊਂਡ ਮਾਈਂਡ ਜਿਹਦਾ ਜਿਹੜਾ ਮਾਈਂਡ ਹੈ ਪੂਰਾ ਕੰਮ ਨਾ ਕਰਦਾ ਹੋਵੇ, ਦਿਮਾਗੀ ਤੌਰ ਤੇ ਬੰਦਾ ਪਰੇਸ਼ਾਨ ਹੋਵੇ ਜਾਂ ਦਿਮਾਗ ਉਹਦਾ ਖਰਾਬ ਹੋਇਆ ਹੋਵੇ, ਠੀਕ ਹੈ, ਉਹ ਵਿਅਕਤੀ ਵੀ ਜੇ ਕੋਈ ਕੰਮ ਕਰਦਾ ਹੈ ਉਹਦੇ ਵੱਲੋਂ ਕੋਈ ਨੁਕਸਾਨ ਕਿਸੇ ਦਾ ਹੋ ਜਾਂਦਾ, ਕੰਟਰੀ ਟੂ ਰੋਂਗ ਔਰ ਕੰਟਰੀ ਟੂ ਲਾਅ, ਕੋਈ ਗਲਤ ਕੰਮ ਹੋ ਜਾਂਦਾ, ਕਿਸੇ ਕਾਨੂੰਨ ਦੇ ਖਿਲਾਫ ਕੋਈ ਗਲਤ ਕੰਮ ਹੋ ਜਾਂਦਾ ਉਸ ਤੋਂ, ਤਾਂ ਉਸ ਨੂੰ ਵੀ ਉਹਦੇ ਖਿਲਾਫ ਵੀ ਜਿਹੜਾ ਹੈਗਾ ਇਹ ਅਫੈਂਸ ਨਹੀਂ ਗਿਣਿਆ ਜਾਏਗਾ, ਕਿਉਂਕਿ ਇੱਥੇ 84 ਸੈਕਸ਼ਨ ਉਹਨੂੰ ਪ੍ਰੋਟੈਕਟ ਕਰਦਾ ਵੀ ਇਹ ਬੰਦਾ ਜਿਹੜਾ ਹੈਗਾ ਸੀਗਾ ਇਹ ਅਨਸਾਊਂਡ ਮਾਈਂਡ ਹੈ, ਪਾਗਲ ਹੈ, ਤੇ ਇਹਨੂੰ ਆਪਦੇ ਆਪ ਦੀ ਕੋਈ ਸਮਝ ਨਹੀਂ ਹੈਗੀ ਵੀ ਕਿਸੇ ਦਾ ਨੁਕਸਾਨ ਪਹੁੰਚਾਉਣ ਦੀ ਖਾਤਰ ਇਹਦਾ ਦਿਮਾਗ ਕੰਮ ਨਹੀਂ ਕਰਦਾ, ਇਸ ਕਰਕੇ ਇਹਦੇ ਵੱਲੋਂ ਜੇ ਕੋਈ ਨੁਕਸਾਨ ਕਿਸੇ ਦਾ ਹੋ ਗਿਆ ਤਾਂ ਇਹ ਪ੍ਰੋਟੈਕਟ ਕਰਦਾ ਇਸ ਨੂੰ, ਅਨਸਾਊਂਡ ਮਾਈਂਡ ਨੂੰ, ਇਹਦਾ ਅਫੈਂਸ ਨਹੀਂ ਗਿਣਿਆ ਜਾਏਗਾ। Next is section 85 act of a person incapable of judgment by reason of intoxication caused against his will। ਜੇ ਕਿਸੇ ਵਿਅਕਤੀ ਨੂੰ ਕੋਈ ਨਸ਼ਾ ਕਰਵਾ ਦਿੱਤਾ ਜਾਂਦਾ ਹੈ ਉਹਦੀ ਵਿਲ ਦੇ ਅਗੇਂਸਟ, ਜਾਣਬੁੱਝ ਕੇ, ਉਹਨੂੰ ਨਹੀਂ ਪਤਾ ਵੀ ਮੈਨੂੰ ਕਿਸੇ ਨੇ ਕੋਈ ਨਸ਼ਾ ਕਰ ਦਿੱਤਾ ਜਾਂ ਮੈਨੂੰ ਕਿਸੇ ਨੇ ਕੋਈ ਨਸ਼ੇ ਦੀ ਗੋਲੀ ਖਿਲਾ ਦਿੱਤੀ ਜਾਂ ਕੋਈ ਨਸ਼ੇ ਦੀ ਕੋਈ ਐਦਾਂ ਦੀ ਕੋਈ ਚੀਜ਼ ਦੇ ਦਿੱਤੀ ਜਿਹਦੇ ਨਾਲ ਉਹ ਬੰਦਾ ਜਿਹੜਾ ਇੰਟੌਕਸੀਕੇਸ਼ਨ ਹੋ ਗਈ, ਉਸ ਨੂੰ ਕਾਜ਼ਡ ਅਗੇਂਸਟ ਹਿਸ ਵਿਲ, ਉਹਦੀ ਮਰਜ਼ੀ ਦੇ ਖਿਲਾਫ। ਐਕਟ ਆਫ ਅ ਪਰਸਨ ਇਨਕੈਪੇਬਲ ਆਫ ਜਜਮੈਂਟ, ਉਹ ਇਨਕੈਪੇਬਲ ਹੋ ਗਿਆ ਜਜਮੈਂਟ ਕਰਨ ਦੇ, ਉਹਨੂੰ ਨਹੀਂ ਪਤਾ ਲੱਗ ਰਿਹਾ ਮੈਂ ਕਰ ਕੀ ਰਿਹਾ, ਗਲਤ ਕਰ ਰਿਹਾ, ਠੀਕ ਕਰ ਰਿਹਾ, ਉਹਦੀ ਜਿਹੜੀ ਜਜਮੈਂਟ ਹੈ ਉਹ ਅਪਸੈਟ ਹੋ ਗਈ ਬਾਈ ਰੀਜ਼ਨ ਆਫ ਇੰਟੌਕਸੀਕੇਸ਼ਨ। ਇਨਕੈਪੇਬਲ ਆਫ ਨੋਇੰਗ ਦਾ ਨੇਚਰ ਆਫ ਦਾ ਐਕਟ, ਉਹਨੂੰ ਨਹੀਂ ਪਤਾ ਲੱਗਦਾ ਵੀ ਮੇਰੇ ਤੋਂ ਕਿਹੋ ਜਿਹਾ ਕੰਮ ਹੋ ਰਿਹਾ ਹੈ, ਮੈਂ ਗਲਤ ਕਰ ਰਿਹਾ, ਸਹੀ ਕਰ ਰਿਹਾ, ਠੀਕ ਕਰ ਰਿਹਾ, ਔਰ ਦੈਟ ਹੀ ਇਜ਼ ਡੂਇੰਗ ਵਾਟ ਇਜ਼ ਆਈਦਰ ਰੋਂਗ ਔਰ ਕੰਟਰੀ ਟੂ ਲਾਅ, ਜੋ ਉਹ ਕਰ ਰਿਹਾ ਹੈ ਉਹਨੂੰ ਉਂਝ ਉਹ ਰੋਂਗ ਵੀ ਹੈਗਾ, ਲਾਅ ਦੇ ਖਿਲਾਫ ਵੀ ਹੈਗਾ। provided that the thing which intoxicated him was administered to him without his knowledge or against his will। ਉਹ ਸ਼ਰਤ ਇਹ ਹੈ ਵੀ ਜਿਹੜੀ ਉਸਨੇ ਇੰਟੌਕਸੀਕੇਸ਼ਨ ਲਈ ਹੈ, ਉਹਨੇ ਕੋਈ ਨਸ਼ਾ ਲਿਆ ਹੈਗਾ ਤਾਂ ਉਹ ਉਹਦੀ ਵਿਲ ਦੇ ਅਗੇਂਸਟ ਹੋਵੇ ਤੇ ਉਸਨੂੰ ਉਸਦੀ ਜਾਣਕਾਰੀ ਵੀ ਨਾ ਹੋਵੇ, ਪਰ ਜੇ ਜਾਣਬੁੱਝ ਕੇ ਉਹਨੇ ਨਸ਼ਾ ਕੀਤਾ ਹੈ ਤਾਂ ਫਿਰ ਕੋਈ ਗਲਤ ਕੰਮ ਕਰਦਾ ਹੈ, ਦੈਨ ਹੀ ਇਜ਼ ਪਨਿਸ਼ੇਬਲ। ਅਦਰਵਾਈਜ਼ ਜੇ ਉਸਨੂੰ ਜਿਹੜੀ ਨਸ਼ਾ ਕੀਤਾ ਗਿਆ, ਚੋਰੀ ਛੁਪੇ ਦਿੱਤਾ ਗਿਆ, ਉਹਦੀ ਵਿਲ ਤੋਂ ਬਗੈਰ ਦਿੱਤਾ ਗਿਆ, ਤਾਂ ਉਹਦੇ ਵੱਲੋਂ ਕੀਤਾ ਗਿਆ ਕੋਈ ਕੰਮ ਐਸਾ ਗਲਤ ਕੰਮ ਹੋ ਜਾਂਦਾ ਹੈ ਤਾਂ ਉਹ ਉਹਦੇ ਲਈ ਪ੍ਰੋਟੈਕਟ ਹੁੰਦਾ ਹੈ ਸੈਕਸ਼ਨ 85 ਦੇ ਅਗੇਂਸਟ, ਪਨਿਸ਼ੇਬਲ ਨਹੀਂ ਹੋਏਗਾ। ਨੈਕਸਟ ਹੈ ਸੈਕਸ਼ਨ 86 offense requiring a particular intent or knowledge committed by one who is intoxicated। Offense requiring a particular intent or knowledge committed by one who is intoxicated, in case where an act done is not an offense unless done with a particular knowledge or intent, a person who does the act in a state of intoxication shall be liable to be dealt with if he had। ਜੇ ਕੋਈ ਵਿਅਕਤੀ ਜਾਣਬੁੱਝ ਕੇ ਨਸ਼ਾ ਕਰਕੇ, ਠੀਕ ਹੈ, ਐਸਾ ਕੰਮ ਕੋਈ ਕਰ ਦਿੰਦਾ ਹੈ, ਉਹਨੂੰ ਨੌਲੇਜ ਹੈ ਤੇ ਅਫੈਂਸ ਕਮਿਟ ਕਰਦਾ ਹੈ, ਠੀਕ ਹੈ, ਤਾਂ ਉਹ ਪਨਿਸ਼ੇਬਲ ਹੋਏਗਾ। ਜੇ ਉਹਦੀ ਮਰਜ਼ੀ ਦੇ ਨਾਲ, ਉਹਦੀ ਨੌਲੇਜ ਦੇ ਨਾਲ ਕੋਈ ਇੰਟੌਕਸੀਕੇਸ਼ਨ ਹੁੰਦੀ ਹੈ, ਫਿਰ ਵੀ ਉਹ ਉਸ ਤੋਂ, ਇਹ ਥੋੜ੍ਹਾ ਵੀ ਨਸ਼ਾ ਕਰਕੇ ਤੁਸੀਂ ਜਿਸ ਨੂੰ ਜੋ ਮਰਜ਼ੀ ਕਰੀ ਜਾਓ, ਇਸ ਨੂੰ ਸੱਟ ਮਾਰੋ, ਫੇਟ ਮਾਰੋ, ਤੇ ਬਾਅਦ 'ਚ ਤੁਸੀਂ ਕਹੋ ਪ੍ਰੋਟੈਕਟ ਕਰੋ, ਮੈਂ ਤਾਂ ਸੈਕਸ਼ਨ 85 ਦੇ ਤਹਿਤ ਮੈਨੂੰ ਤਾਂ ਪ੍ਰੋਟੈਕਸ਼ਨ ਮਿਲੀ ਵੀ ਹੈ ਤੇ ਮੈਨੂੰ ਤਾਂ ਪਤਾ ਹੀ ਨਹੀਂ ਸੀ ਮੈਂ ਕੀ ਹੋਇਆ, ਠੀਕ ਹੈ ਜੀ। ਤੇ 86 ਦੇ ਵਿੱਚ ਇਹ ਉਹਦੇ ਅਗੇਂਸਟ ਜਾਂਦਾ ਹੈਗਾ, ਪਰ ਜੇ ਉਹਦੀ ਆਪਦੀ ਨੌਲੇਜ ਦੇ ਨਾਲ ਤੇ ਆਪਦੀ ਇੰਟੈਂਸ਼ਨ ਦੇ ਨਾਲ ਉਹ ਇੰਟੌਕਸੀਕੇਸ਼ਨ ਕੀਤੀ ਹੈ, ਫਿਰ ਜੇ ਕੋਈ ਗਲਤ ਕੰਮ ਕਰਦਾ ਦੈਨ ਇਟ ਇਜ਼ ਪਨਿਸ਼ੇਬਲ। ਸੈਕਸ਼ਨ 87 act not intended and not known to be likely to cause death or grievous hurt done by consent। ਕੰਸੈਂਟ ਲੈ ਕੇ ਕੋਈ ਗਲਤ ਕੰਮ ਹੋ ਜਾਂਦਾ ਹੈ, ਕੰਸੈਂਟ ਲਈ ਵੀ ਹੈ, ਠੀਕ ਹੈ,
ਦੂਜੇ ਵਿਅਕਤੀ ਨੇ ਕੰਸੈਂਟ ਦਿੱਤੀ ਹੈ, A ਤੇ B ਦੋ ਵਿਅਕਤੀ ਹੈਗੇ ਆ, A ਕੰਸੈਂਟ ਦਿੰਦਾ ਹੈ B ਨੂੰ, B ਤੇ A, B ਦੇ ਵੱਲੋਂ ਕੋਈ ਕੰਮ ਐਸਾ ਹੋ ਜਾਂਦਾ ਜਿਹਦੇ ਨਾਲ A ਨੂੰ ਨੁਕਸਾਨ ਹੋ ਜਾਂਦਾ ਹੈ, ਐਕਟ ਨਾਟ ਇੰਟੈਂਡਡ ਐਂਡ ਨਾਟ ਨੋਨ ਟੂ ਲਾਈਕਲੀ ਟੂ ਕਾਜ਼ ਡੈਥ ਔਰ ਗ੍ਰੀਵੀਅਸ, ਪਰ ਇਹਦੇ ਵਿੱਚ ਇਹ ਹੈਗਾ ਵੀ ਉਹ ਇਦਾਂ ਦੀ ਕੰਸੈਂਟ ਜਿਹੜੀ ਹੈਗੀ ਹੈ ਜਿਹਦੇ ਨਾਲ ਉਹਦੀ ਡੈਥ ਵੀ ਨਾ, ਡੈਥ ਤੇ ਗ੍ਰੀਵੀਅਸ ਹਰਟ ਨੂੰ ਛੱਡ ਕੇ ਬਾਕੀ ਕੋਈ ਕੰਸੈਂਟ ਦਿੱਤੀ ਜਾ ਰਹੀ ਹੈ, ਤਾਂ ਜਿਹੜਾ ਹੈਗਾ ਉਹ ਜਿਹੜਾ ਅਫੈਂਸ ਕੋਈ ਨਾ ਕੋਈ ਨੁਕਸਾਨ ਹੋ ਜਾਂਦਾ ਹੈ ਦੂਜੀ ਪਾਰਟੀ ਨੂੰ, ਤਾਂ ਉਹ ਅਫੈਂਸਿਬਲ ਨਹੀਂ ਹੈਗਾ। ਪਰ ਜਿੱਥੇ ਸ਼ਰਤ ਜਿਹੜੀ ਹੈਗੀ ਹੈ ਕੰਸੈਂਟ ਦੇਣ ਦੀ, ਉੱਥੇ ਏਜ ਜਿਹੜੀ ਹੈਗੀ ਹੈ, ਏਜ ਦੀ ਲਿਮਿਟ ਰੱਖੀ ਗਈ ਹੈ 18 ਸਾਲ ਤੋਂ ਵੱਧ ਉਮਰ ਹੋਣੀ ਚਾਹੀਦੀ ਹੈ ਜਿਹਨੇ ਕੰਸੈਂਟ ਦਿੱਤੀ ਹੀ ਹੋਵੇ। ਇਹਦੀ ਐਗਜ਼ਾਮਪਲ ਪੜ੍ਹ ਕੇ ਤੁਹਾਨੂੰ ਸਮਝ ਆ ਜਾਏਗਾ। A and Z agrees to fence, A ਤੇ Z ਜਿਹੜੇ ਹੈਗੇ ਨੇ ਉਹ ਫੈਂਸਿੰਗ ਕਰਨ ਦੇ ਲਈ ਐਗਰੀ ਹੋਏ ਨੇ, ਇੱਕ ਦੂਜੇ ਦੇ ਨਾਲ ਤਲਵਾਰਬਾਜ਼ੀ ਕਰਨ ਦੇ ਲਈ ਕੰਸੈਂਟ ਦਿੰਦੇ ਆ। A ਕੰਸੈਂਟ B ਨੂੰ, Z ਨੂੰ ਦਿੰਦਾ, Z ਕੰਸੈਂਟ A ਨੂੰ ਦਿੰਦਾ ਹੈ, ਠੀਕ ਹੈ, ਟੂ ਫੈਂਸ ਵਿਦ ਈਚ ਅਦਰ ਫਾਰ ਦਾ ਅਮਿਊਜ਼ਮੈਂਟ। This agreement implies the consent of each to suffer any harm। ਜਿਹੜੀ ਇਹ ਕੰਸੈਂਟ ਹੈ, ਇੰਪਲਾਈਜ਼ ਕੰਸੈਂਟ ਬੇਸ਼ੱਕ ਹੋ ਸਕਦੀ ਹੈ ਵੀ ਇੱਕ ਦੂਜੇ ਨੇ ਵੱਲੋਂ ਦਿੱਤੀ ਗਈ, A ਨੇ Z ਨੂੰ ਦਿੱਤੀ, Z ਨੇ A ਨੂੰ ਦਿੱਤੀ ਵੀ ਹਾਂ ਆਪਾਂ ਤਲਵਾਰਬਾਜ਼ੀ ਕਰਦੇ ਹਾਂ, ਫੈਂਸਿੰਗ ਕਰਦੇ ਹਾਂ, ਜੇ ਕਿਸੇ ਨੂੰ ਕੋਈ ਨੁਕਸਾਨ ਹੋ ਜਾਂਦਾ, ਕਿਸੇ ਦੀ ਇੰਜਰੀ ਹੋ ਜਾਂਦੀ ਹੈ, then it is not an offence, harm which in the course of such fencing may be caused without foul play, ਵਿਦਾਊਟ ਕਿਸੇ ਫਾਲ ਪਲੇ ਤੋਂ। ਜੇ ਦੇਖੋ ਫਾਲ ਕਰਕੇ ਜਾਣਬੁੱਝ ਕੇ ਕੋਈ ਇਦਾਂ ਦਾ ਉਹ ਕਰਦਾ ਹੈ, ਦੂਜੀ ਪਾਰਟੀ ਨੂੰ ਨੁਕਸਾਨ ਕਰਦਾ ਹੈ, then it is offence, but ਜੇ ਉਹ ਕੋਈ ਫਾਲ ਪਲੇ ਨਹੀਂ ਕਰਦਾ ਹੈਗਾ, ਪ੍ਰੋਪਰ ਤਰੀਕੇ ਨਾਲ ਵਿਦ ਰੂਲਸ ਫੈਂਸਿੰਗ ਕਰ ਰਹੇ ਹਨ ਦੋਨੋਂ ਜਣੇ, ਤਾਂ ਕਿਸੇ ਵੀ ਇੱਕ ਦਾ ਨੁਕਸਾਨ ਜੇ ਹੋ ਜਾਂਦਾ ਹੈ ਤਾਂ ਇਹ ਫੈਂਸਿੰਗ ਨਹੀਂ ਮੰਨਿਆ ਜਾਏਗਾ। A while playing fairly hurts Z, A ਫੇਅਰਲੀ ਪਲੇ ਕਰ ਰਿਹਾ ਹੈ ਤੇ ਹਰਟ ਕਰ ਦਿੰਦਾ Z ਨੂੰ ਹਰਟ ਕਰ ਦਿੰਦਾ ਹੈ, A commits no offence। Exercise section 88, act not intended to cause death, ਕੋਈ ਐਕਟ ਕੀਤਾ ਜਾ ਰਿਹਾ ਹੈ ਪਰ ਉਹਨੂੰ ਦੂਜੀ ਪਾਰਟੀ ਨੂੰ ਮਤਲਬ ਕਿ ਮਾਰਨ ਦੀ ਇੱਛਾ ਨਾਲ ਨਹੀਂ ਕੀਤਾ ਜਾ ਰਿਹਾ, ਇੰਟੈਂਸ਼ਨ ਨਹੀਂ ਹੋਣੀ ਚਾਹੀਦੀ ਵੀ ਉਹ ਬੰਦਾ ਮਰ ਜਾਵੇ, ਤੇ ਨਾ ਹੀ ਡਨ ਬਾਈ ਦਾ ਕੰਸੈਂਟ ਇਨ ਗੁੱਡ ਫੇਥ ਫਾਰ ਪਰਸਨਸ ਬੈਨੀਫਿਟ। ਉਸ ਵਿਅਕਤੀ ਦੇ, ਜਿਸ ਬੰਦੇ ਨੇ ਕੰਸੈਂਟ ਦਿੱਤੀ ਹੈ, ਗੁੱਡ ਫੇਥ 'ਚ ਕੰਸੈਂਟ ਦਿੱਤੀ ਹੈ, ਠੀਕ ਹੈ, ਉਹਦੇ ਵੱਲ ਦੂਜੀ ਪਾਰਟੀ ਵੱਲੋਂ ਕੋਈ ਐਕਟ ਕੀਤਾ ਜਾ ਰਿਹਾ, ਕੋਈ ਕੰਮ ਕੀਤਾ ਜਾ ਰਿਹਾ ਹੈਗਾ, ਪਰ ਐਕਟ ਨਾਟ ਇੰਟੈਂਡਡ, ਇਹ ਉਹਦੀ ਮਤਲਬ ਕਿ ਉਹਦੀ ਇੰਟੈਂਸ਼ਨ ਨਹੀਂ ਹੋਣੀ ਚਾਹੀਦੀ ਵੀ ਇਹ ਬੰਦਾ ਮਰ ਜਾਵੇ। ਜਿਵੇਂ ਕਿ ਡਾਕਟਰ ਦੀ ਗੱਲ ਕਰਦੇ ਹਾਂ, ਐਗਜ਼ਾਮਪਲ ਪੜ੍ਹਦੇ ਆਪਾਂ ਥੱਲੇ। A surgeon knowing that a particular operation is likely to cause the death, ਆਪਰੇਸ਼ਨ ਕੀਤਾ ਜਾ ਰਿਹਾ ਹੈ ਸਰਜਨ ਵੱਲੋਂ, ਜਿਵੇਂ ਕਿ ਆਪਾਂ ਦੇਖਦੇ ਹਾਂ ਜਦੋਂ ਕੋਈ ਆਪਰੇਸ਼ਨ ਹੁੰਦਾ ਹੈਗਾ, ਆਪਣੇ ਤੋਂ ਜਿਹੜਾ ਫੈਮਿਲੀ ਮੈਂਬਰਸ ਹੁੰਦੇ ਆ ਉਹਨਾਂ ਤੋਂ ਲਿਖ ਕੇ ਲੈ ਲੈਂਦੇ ਨੇ, ਡੈਕਲੇਰੇਸ਼ਨ ਲੈਂਦੇ ਵੀ ਜੇ ਕੱਲ੍ਹ ਨੂੰ ਕੋਈ ਇਹਨੂੰ ਨੁਕਸਾਨ ਹੁੰਦਾ ਤਾਂ ਮੇਰੀ ਜ਼ਿੰਮੇਵਾਰੀ ਹੈਗੀ ਹੈ, ਤਾਂ ਅਸੀਂ ਬਿਲਿੰਗ ਦੇ ਰਹੇ ਹਾਂ, ਅਸੀਂ ਆਪਣੀ ਕੰਸੈਂਟ ਦੇ ਰਹੇ ਹੈਗੇ ਹਾਂ। ਇਹੀ ਸੇਮ ਨੇਚਰ ਦਾ ਇਹ ਗੱਲ ਹੈਗੀ ਹੈ। ਸਰਜਨ, A ਨਾਮ ਦਾ ਕੋਈ ਸਰਜਨ ਹੈਗਾ, ਨੋਇੰਗ ਦੈਟ ਏ ਪਾਰਟੀਕੂਲਰ ਆਪਰੇਸ਼ਨ ਇਜ਼ ਲਾਈਕਲੀ ਟੂ ਕਾਜ਼ ਦ ਡੈਥ ਆਫ Z, ਵੀ Z ਦੀ ਜੇ ਆਪਰੇਸ਼ਨ ਕਰਦੇ ਅਚਾਨਕ ਡੈਥ ਹੋ ਵੀ ਸਕਦੀ ਹੈ, ਠੀਕ ਹੈ, ਇਸ ਗੱਲ ਦਾ ਅੰਦੇਸ਼ਾ ਵੀ ਹੈਗਾ ਉਸਨੂੰ। who suffers under a painful complaint, ਉਹਨੂੰ ਕੋਈ ਇੱਦਾਂ ਦੀ ਕੋਈ ਕੰਪਲੇਂਟ ਉਹਨੇ ਕੀਤੀ ਵੀ ਉਹਨੂੰ ਕੋਈ ਬਹੁਤ ਜ਼ਿਆਦਾ ਪੇਨ ਹੋ ਰਿਹਾ ਕਿਸੇ ਬੋਡੀ ਦੇ ਕਿਸੇ ਪਾਰਟ ਤੇ, ਬਟ ਨਾਟ ਇੰਟੈਂਡਿੰਗ ਟੂ ਕਾਜ਼ ਡੈਥ, ਪਰ ਉਹਦੀ ਮਨਸ਼ਾ ਨਹੀਂ ਹੈ ਵੀ Z ਦੀ ਡੈਥ ਹੋ ਜਾਵੇ ਡਾਕਟਰ ਦੀ। ਜੇ ਉਹਦੀ ਮਨਸ਼ਾ ਹੈਗੀ ਵੀ ਇਹਦੀ ਮੈਂ ਮਾਰਨ ਦੀ ਖਾਤਰ ਆਪਰੇਸ਼ਨ ਕਰਨਾ ਹੈਗਾ, then it is punishable, ਬਟ ਜੇ ਡਾਕਟਰ ਦੀ ਜਿਹੜੀ ਮਨਸ਼ਾ ਹੈਗੀ ਹੈ ਉਹ Z ਨੂੰ ਮਾਰਨ ਦੀ ਖਾਤਰ ਨਹੀਂ ਹੈਗੀ, ਤੇ ਉਹ ਗੁੱਡ ਫੇਥ ਦੇ ਵਿੱਚ ਉਹਦਾ ਆਪਰੇਸ਼ਨ ਕਰਦਾ ਹੈਗਾ, ਕੰਸੈਂਟ ਲੈ ਕੇ ਕਰਦਾ ਹੈਗਾ, ਐਂਡ ਇੰਟੈਂਡਿੰਗ ਟੂ ਇਨ ਗੁੱਡ ਫੇਥ ਕਰਦਾ ਹੈ, Z benefit perform that operation, Z ਦੇ ਬੈਨੀਫਿਟ ਦੀ ਖਾਤਰ, ਉਹਦਾ ਜਿਹੜਾ ਪੇਨ ਹੈਗਾ ਉਹਨੂੰ ਰਿਲੀਫ ਦੇਣ ਦੀ ਖਾਤਰ Z ਦਾ ਆਪਰੇਸ਼ਨ ਕਰਦਾ ਹੈ ਵਿਦ Z's consent, Z ਦੀ ਕੰਸੈਂਟ ਲੈ ਕੇ। ਜੇ ਫਿਰ ਵੀ ਉਹਨੂੰ ਕੋਈ ਨੁਕਸਾਨ ਹੋ ਜਾਂਦਾ ਹੈ, then A committed no offence, ਤਾਂ ਜਿਹੜਾ ਸਰਜਨ ਹੈ ਉਹਦੇ ਵੱਲੋਂ ਕੋਈ offence ਕਮਿਟ ਕੀਤਾ ਗਿਆ ਨਹੀਂ ਮੰਨਿਆ ਜਾਏਗਾ। Section 89, act done in good faith for the benefit of child or insane person or by consent of guardian। ਗੁੱਡ ਫੇਥ ਦੇ ਵਿੱਚ ਕੋਈ ਐਕਟ ਕੀਤਾ ਜਾ ਰਿਹਾ ਹੈ ਫਾਰ ਦਾ ਬੈਨੀਫਿਟ ਆਫ ਚਾਈਲਡ, ਕਿਸੇ ਬੱਚੇ ਦੀ ਬਚਾਉਣ ਦੀ ਖਾਤਰ, ਕਿਸੇ ਬੱਚੇ ਨੂੰ ਬਚਾਉਣ ਦੀ ਖਾਤਰ, ਜਾਂ ਕਿਸੇ ਇਨਸੇਨ ਪਰਸਨ, ਕੋਈ ਪਾਗਲ ਹੈਗਾ ਵਿਅਕਤੀ, ਉਹਨੂੰ ਬਚਾਉਣ ਦੀ ਖਾਤਰ ਉਹਦੇ ਗੁੱਡ ਫੇਥ ਦੇ ਵਿੱਚ ਕੋਈ ਵਰਕ ਕੀਤਾ ਜਾ ਰਿਹਾ ਹੈ, ਔਰ ਬਾਏ ਕੰਸੈਂਟ ਆਫ ਦਾ ਗਾਰਡੀਅਨ, ਜਾਂ ਉਸਨੇ ਕੰਸੈਂਟ ਆਪ ਦਿੱਤੀ ਹੋਵੇ। ਚਾਈਲਡ ਦੇਖੋ ਬੱਚੇ ਦੀ ਚਾਈਲਡ ਦੀ ਜਾਂ ਇਨਸੇਨ ਦੀ ਜਿਹੜੀ ਕੰਸੈਂਟ ਹੈ
ਉਹ ਨਹੀਂ ਲੈ ਜਾ ਸਕਦੀ। ਇਸ ਕਰਕੇ ਜਿਹੜੇ ਗਾਰਡੀਅਨ ਹੈ ਉਹਦੀ ਕੰਸੈਂਟ ਦੇ ਨਾਲ ਕੋਈ ਕੰਮ ਕੀਤਾ ਜਾ ਰਿਹਾ ਹੈਗਾ। ਠੀਕ ਹੈ, ਜੇ ਬੱਚਾ 12 ਸਾਲ ਤੋਂ ਛੋਟੀ ਉਮਰ ਦਾ ਹੋਵੇ ਜਾਂ ਅਨਸਾਊਂਡ ਮਾਈਂਡ ਹੋਵੇ, ਠੀਕ ਹੈ, ਤਾਂ ਉਹਦੀ ਕੰਸੈਂਟ ਨਹੀਂ ਲਈ ਜਾ ਸਕਦੀ। ਉਹਦੇ ਜਿਹੜੇ ਗਾਰਡੀਅਨ ਹੈਗੇ ਉਹਦੀ ਕੰਸੈਂਟ ਹੀ ਲਈ ਜਾ ਸਕਦੀ ਹੈ। ਇੱਦਾਂ ਦੀ ਕੰਸੈਂਟ ਲੈ ਕੇ ਜੇ ਕੋਈ ਐਕਟ ਕੀਤਾ ਜਾ ਰਿਹਾ ਹੈ, ਉਸ ਐਕਟ ਕਰਨ ਦੇ ਵੇਲੇ ਕੋਈ ਨੁਕਸਾਨ ਹੋ ਗਿਆ, ਦੈਨ ਕੀ ਹੈਗਾ, ਇਹ ਗੁੱਡ ਫੇਥ ਦੇ ਵਿੱਚ ਕੀਤਾ ਜਾਏਗਾ, ਇਹ ਪਨਿਸ਼ੇਬਲ ਨਹੀਂ ਹੋਏਗਾ, ਅਫੈਂਸ ਨਹੀਂ ਮੰਨਿਆ ਜਾਏਗਾ। ਇਹਦੀਆਂ ਕੁਝ 4-5 ਮਤਲਬ ਕਿ ਪ੍ਰੋਵੀਜ਼ਨ ਦਿੱਤੀਆਂ ਨੇ ਵੀ ਇਸ ਦਾ ਬੈਨੀਫਿਟ ਲੈ ਕੇ ਕੋਈ ਕਿਸੇ ਦਾ ਨੁਕਸਾਨ ਕਰਦਾ ਹੈ, ਦੈਨ ਇਟ ਇਜ਼ ਪਨਿਸ਼ੇਬਲ। ਜੇ ਇਸ ਸੈਕਸ਼ਨ 89 ਦਾ ਬੈਨੀਫਿਟ ਲੈ ਕੇ ਕੋਈ ਵਿਅਕਤੀ ਕਿਸੇ ਦੂਜੇ ਦਾ ਨੁਕਸਾਨ ਕਰ ਦਿੰਦਾ ਹੈ, ਠੀਕ ਹੈ, ਉਹ ਕਿਹੜੇ ਕਿਹੜੇ ਕੇਸਿਸ ਨੇ ਜਿੱਥੇ ਜਾਣਬੁੱਝ ਕੇ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੰਸੈਂਟ ਲੈ ਕੇ, ਠੀਕ ਹੈ। ਉਹ ਪ੍ਰੋਵੀਜ਼ਨ ਨੰਬਰ 1 ਦੇ ਵਿੱਚ ਕੀ ਕਿਹਾ ਗਿਆ, ਇੰਟੈਂਸ਼ਨਲ ਕਾਜ਼ਿੰਗ ਡੈਥ, ਜਾਣਬੁੱਝ ਕੇ ਮਨਸ਼ਾ ਹੈਗੀ ਵੀ ਮੈਂ ਇਹਨੂੰ ਮਾਰਨਾ ਹੈਗਾ, ਠੀਕ ਹੈ। ਕੰਸੈਂਟ ਵੀ ਲੈ ਲੈਂਦਾ ਹੈ, ਬੱਚਾ ਵੀ ਚਾਹੇ ਛੋਟੀ ਉਮਰ ਦਾ ਹੈਗਾ, ਅਨਸਾਊਂਡ ਮਾਈਂਡ ਜਾਂ ਵਿਅਕਤੀ ਹੈਗਾ, ਵੀ ਉਹਨੂੰ ਮਾਰਨ ਦੀ ਖਾਤਰ ਕੋਈ ਐਕਟ ਕੀਤਾ ਜਾ ਰਿਹਾ ਕਿਸੇ ਡਾਕਟਰ ਵੱਲੋਂ ਜਾਂ ਕਿਸੇ ਹੋਰ ਵਿਅਕਤੀ ਵੱਲੋਂ, ਠੀਕ ਹੈ, ਮਨਸ਼ਾ ਹੈਗੀ ਹੈ ਉਹਨੂੰ ਮਾਰਨ ਦੀ, ਦੈਨ ਉਹਦਾ ਜਿਹੜਾ 89 ਸੈਕਸ਼ਨ ਦਾ ਬੈਨੀਫਿਟ ਉਹ ਵਿਅਕਤੀ ਜਿਹੜਾ ਨੁਕਸਾਨ ਕਰਦਾ ਹੈ ਨਹੀਂ ਲੈ ਸਕਦਾ। ਸੈਕੰਡਲੀ ਕੀ ਹੈ, secondly we hear that this exception shall not extend to the doing of anything which is done person knows to be likely to cause death। ਉਸ ਵਿਅਕਤੀ ਨੂੰ ਪਤਾ ਹੈ ਵੀ ਇਹਦੀ ਮੌਤ ਹੋਣੀ ਹੈ, ਜੇ ਮੈਂ ਇਹ ਕੰਮ ਕਰਾਂਗਾ ਤਾਂ ਮੌਤ ਹੋਣੀ ਹੈ, knows to be likely to cause death, ਵੀ ਇਹਦੀ ਮੌਤ ਹੋਏਗੀ ਜੇ ਮੈਂ ਇਹ ਕੰਮ ਕਰਾਂਗਾ ਇਹਦੇ ਅਗੇਂਸਟ, ਫਿਰ ਵੀ ਉਹ ਕੰਸੈਂਟ ਲੈ ਕੇ ਕੰਮ ਕਰ ਲੈਂਦਾ, ਦੈਨ ਇਹਦਾ ਉਹ ਬੈਨੀਫਿਟ ਨਹੀਂ ਲੈ ਸਕਦਾ, ਦੈਨ ਹੀ ਵਿਲ ਬੀ ਪਨਿਸ਼ੇਬਲ। ਥਰਡਲੀ ਕੀ ਹੈਗਾ, ਵੋਲੰਟਰੀ ਕਾਜ਼ਿੰਗ ਆਫ ਗ੍ਰੀਵੀਅਸ ਹਰਟ, ਜਾਣਬੁੱਝ ਕੇ ਉਹਨੂੰ ਬਹੁਤ ਵੱਡਾ ਨੁਕਸਾਨ, ਉਹਦੀ ਮਤਲਬ ਕਿ ਜਿਹੜਾ ਹੈਗਾ ਗ੍ਰੀਵੀਅਸ ਹਰਟ, ਜ਼ਖਮੀ ਕਰਨਾ ਚਾਹੁੰਦਾ ਹੈ ਜਾਣਬੁੱਝ ਕੇ, ਠੀਕ ਹੈ, ਕੰਸੈਂਟ ਲੈ ਕੇ। preventing death or grievous hurt, attempting to cause grievous hurt unless it be for the purpose of preventing death or grievous hurt। ਮਤਲਬ ਕਹਿਣ ਦਾ ਭਾਵ ਇਹ ਹੈਗਾ ਵੀ ਜੇ ਕੋਈ ਵਿਅਕਤੀ ਕਿਸੇ ਅਨਸਾਊਂਡ ਮਾਈਂਡ ਦੀ ਜਾਂ ਕਿਸੇ 12 ਸਾਲ ਤੋਂ ਛੋਟੇ ਬੱਚੇ ਦੇ ਸੰਬੰਧ ਵਿੱਚ ਉਹਦੇ ਗਾਰਡੀਅਨ ਤੋਂ ਕੰਸੈਂਟ ਲੈ ਕੇ, ਤੇ ਪਰ ਮਨਸ਼ਾ ਉਹਦੀ ਇਹ ਹੋਵੇ ਮੈਂ ਇਹਦਾ ਬਹੁਤ ਵੱਡੇ ਪੱਧਰ ਤੇ ਨੁਕਸਾਨ ਕਰਨਾ, ਇਹਨੂੰ ਗ੍ਰੀਵਸ ਹਰਟ ਕਰਨਾ ਹੈਗਾ, ਤਾਂ ਐਕਟ ਕਰਦਾ ਹੈ, ਦੈਨ ਫਿਰ ਵੀ ਉਹ ਵੀ ਇਸ ਸੈਕਸ਼ਨ 89 ਦਾ ਸਹਾਰਾ ਲੈ ਕੇ ਬਚ ਨਹੀਂ ਸਕਦਾ, ਉਹ ਪਨਿਸ਼ੇਬਲ ਹੋਏਗਾ। ਅਬੈਟਮੈਂਟ ਹੈ, ਅਬੈਟਮੈਂਟ ਕੋਈ ਨੁਕਸਾਨ ਕਰਦਾ ਹੈ ਤਾਂ ਉਹਨੂੰ ਅਬੈਟ ਕਰਨਾ, ਅਫੈਂਸ ਨੂੰ ਅਬੈਟ ਕਰਨਾ ਯਾਨੀ ਕਿ ਉਹਦੀ ਹੈਲਪ ਕਰਨੀ, ਹੋਰ ਵੀ ਹਾਂ ਇਹਦਾ ਨੁਕਸਾਨ ਹੋਵੇ, ਇੱਦਾਂ ਦੀ ਕੋਈ ਗੱਲ ਕਰਦਾ ਹੈਗਾ ਤਾਂ ਦੈਨ ਹੀ ਵੀ ਆਲਸੋ ਪਨਿਸ਼ੇਬਲ। ਇੱਕ ਐਗਜ਼ਾਮਪਲ ਦੇਖ ਲਓ, ਇਹ ਇਨ ਗੁੱਡ ਫੇਥ ਫਾਰ ਹਿਜ਼ ਚਾਈਲਡਸ ਬੈਨੀਫਿਟ, ਆਪਦੇ ਬੱਚੇ ਦੇ ਬੈਨੀਫਿਟ ਦੀ ਖਾਤਰ ਜਿਹੜਾ ਇਹ ਹੈਗਾ, ਵਿਦਆਊਟ ਹਿਜ਼ ਚਾਈਲਡਸ ਕੰਸੈਂਟ, ਚਾਈਲਡ ਨੇ ਕੀ ਕੰਸੈਂਟ ਦੇਣੀ ਹੈ, ਜਿਹੜਾ ਲੀਗਲ ਹੇਅਰ ਹੈਗਾ, ਠੀਕ ਹੈ, ਉਹ ਕੰਸੈਂਟ ਦੇ ਦਿੰਦਾ ਹੈ। ਹੈਜ਼ ਹਿਜ਼ ਚਾਈਲਡ ਕੱਟ ਫਾਰ ਦਾ ਸਟੋਨ ਆਫ ਏ ਸਰਜਨ, ਕਿਸੇ ਸਰਜਨ ਤੋਂ ਉਹਦੀ ਜਿਹੜੀ ਸਟੋਨ ਕਢਵਾਉਣ ਦੀ ਖਾਤਰ, ਠੀਕ ਹੈ, ਆਪਰੇਟ ਕਰਵਾ ਦਿੰਦਾ ਹੈ। knowing it to be likely that the operation will cause the child's death, knowing it to be likely that the operation will cause the child's death but not intending to cause the child's death, ਇਹ ਪਤਾ ਉਹਨੂੰ ਡੈਥ ਹੋ ਸਕਦੀ ਹੈ ਪਰ ਉਹਦੀ ਇਹ ਮਨਸ਼ਾ ਨਹੀਂ ਹੈ ਵੀ ਇਹਦੀ ਡੈਥ ਹੋ ਜਾਵੇ, ਠੀਕ ਹੈ। is within the exception as much as such object by the cure of the child, ਆਪਦੇ ਬੱਚੇ ਨੂੰ ਮਤਲਬ ਕਿ ਜਿਹੜੀ ਉਹਦੀ ਪ੍ਰੋਬਲਮ ਹੈ ਉਹਨੂੰ ਦੂਰ ਕਰਨ ਦੀ ਖਾਤਰ ਜੇ ਉਹ ਕੰਸੈਂਟ ਕਿਸੇ ਡਾਕਟਰ ਨੂੰ ਦਿੰਦਾ ਹੈਗਾ, ਸਰਜਨ ਨੂੰ ਦਿੰਦਾ ਹੈ ਆਪਰੇਸ਼ਨ ਕਰਨ ਦੀ ਖਾਤਰ, ਪਰ ਫਿਰ ਵੀ ਉਹਦਾ ਕੋਈ ਨੁਕਸਾਨ ਹੋ ਜਾਂਦਾ ਹੈ ਤਾਂ ਇਹ ਪਨਿਸ਼ੇਬਲ ਨਹੀਂ ਮੰਨਿਆ ਜਾਏਗਾ। ਸੈਕਸ਼ਨ 90 ਕੀ ਹੈ, ਸੈਕਸ਼ਨ 90 ਓਨਲੀ ਇਟ ਇਜ਼ ਦਾ ਡੈਫੀਨੇਸ਼ਨ ਆਫ ਕੰਸੈਂਟ, ਵੀ ਕੰਸੈਂਟ ਕਦੋਂ ਦੇਣੀ ਚਾਹੀਦੀ, ਕੰਸੈਂਟ ਕੀ ਹੁੰਦੀ ਹੈ, ਕਿਵੇਂ ਦਿੱਤੀ ਜਾ ਸਕਦੀ ਹੈ। ਜੇ ਕੋਈ ਵਿਦ ਪ੍ਰੈਸ਼ਰ ਜਾਂ ਮਤਲਬ ਕਿ ਕਿਸੇ ਦਬਾਅ ਦੇ ਨਾਲ ਕੋਈ ਕੰਸੈਂਟ ਜਿਹੜੀ ਲਈ ਜਾਂਦੀ ਹੈ ਉਹ ਕੰਸੈਂਟ ਨਹੀਂ ਮੰਨੀ ਜਾਂਦੀ, ਜਿਹੜੀ ਕੰਸੈਂਟ ਹੈ ਫ੍ਰੀ ਵਿਲ ਹੋਣੀ ਚਾਹੀਦੀ ਹੈ। ਜੇ ਕਿਸੇ ਨਸ਼ੇ ਦੇ ਵਿੱਚ ਜਾਂ ਕਿਸੇ ਅਨਸਾਊਂਡ ਮਾਈਂਡ ਦੀ ਕੰਸੈਂਟ ਵੀ ਕੰਸੈਂਟ ਨਹੀਂ ਮੰਨੀ ਜਾਂਦੀ, ਠੀਕ ਹੈ। ਫ੍ਰੀ ਵਿਲ ਦੇ ਨਾਲ ਬਿਨਾਂ ਕਿਸੇ ਪ੍ਰੈਸ਼ਰ ਦੇ, ਬਿਨਾਂ ਕਿਸੇ ਦਬਾਅ ਦੇ ਜਿਹੜੀ ਕੰਸੈਂਟ ਹੈ ਉਹ ਕੰਸੈਂਟ ਹੀ ਮੰਨੀ ਜਾਂਦੀ ਹੈ, ਅਦਰਵਾਈਜ਼ ਕੰਸੈਂਟ ਨਹੀਂ ਮੰਨੀ ਜਾ ਸਕਦੀ। consent of insane person, if the consent is given by a person who from unsoundness of the mind, intoxication, unable to understand, ठीक है, ਇਹ ਕੰਸੈਂਟ ਨਹੀਂ ਮੰਨੀ ਜਾਂਦੀ। ਜੇ ਕੋਈ ਅਨਸਾਊਂਡ ਮਾਈਂਡ ਹੈ, ਇੰਟੌਕਸੀਕੇਸ਼ਨ ਹੈ, ਕਿਸੇ ਬੰਦੇ ਨੇ ਨਸ਼ਾ ਕੀਤਾ ਹੋਇਆ ਹੈਗਾ, ਅਨਏਬਲ ਟੂ ਅੰਡਰਸਟੈਂਡ ਹੈਗਾ, ਉਹਨੂੰ ਪਤਾ ਲੱਗ ਰਿਹਾ ਮੈਂ ਕੀ ਕਰ ਰਿਹਾ ਕੀ ਨਹੀਂ, ਮੇਰੇ ਤੋਂ ਕੀ ਲਿਖਾਇਆ ਜਾ ਰਿਹਾ ਕੀ ਨਹੀਂ ਲਿਖਾਇਆ ਜਾ ਰਿਹਾ, ਦੈਟ ਇਜ਼ ਨਾਟ ਅ ਕੰਸੈਂਟ।
ਕੰਸੈਂਟ ਆਫ ਅ ਚਾਈਲਡ, ਜਿਹੜੀ ਕੰਸੈਂਟ ਬੱਚੇ ਦੀ ਵੀ ਕੰਸੈਂਟ ਜਿਹੜੀ ਹੈਗੀ ਆ ਉਹ ਨਹੀਂ ਮੰਨੀ ਜਾ ਸਕਦੀ। ਨੈਕਸਟ ਹੈ ਸੈਕਸ਼ਨ 91, exclusion of acts which are offense independently of harm caused। ਇਹ ਜਿਹੜੀਆਂ ਉੱਪਰ ਸੈਕਸ਼ਨ 87 88 89 ਅਸੀਂ ਪੜ੍ਹ ਕੇ ਗਏ ਹਾਂ, ਉਹਨਾਂ ਦੇ ਰੈਲੀਵੈਂਟ ਦੇ ਵਿੱਚ ਇਹਦੀ ਐਗਜ਼ਾਮਪਲ ਪੜ੍ਹੋਗੇ ਤਾਂ ਤੁਹਾਨੂੰ ਸਮਝ ਲੱਗਿਆ। ਕਾਜ਼ਿੰਗ ਮਿਸਕੈਰੇਜ unless caused in good faith for the purpose of saving the life of the woman। ਜੇ ਕਿਸੇ ਦੀ ਮਿਸਕੈਰੇਜ ਕਰਦੇ ਆ, ਠੀਕ ਹੈ, ਇਸ ਗੱਲ ਨੂੰ ਛੱਡ ਕੇ ਵੀ ਉਹਦਾ ਕੋਈ ਨੁਕਸਾਨ ਹੋ ਰਿਹਾ ਜਾਂ ਉਹਦੀ ਡੈਥ ਹੋਣ ਦੀ ਸੰਭਾਵਨਾ ਹੈਗੀ ਹੈ, ਅਦਰਵਾਈਜ਼ ਜੇ ਨਹੀਂ ਕਰਦੇ ਤਾਂ ਠੀਕ ਹੈ। ਜੇ ਕਿਸੇ ਦੀ ਮਿਸਕੈਰੇਜ ਕਰੀ, ਕਾਜ਼ਿੰਗ ਮਿਸਕੈਰੇਜ, ਜੇ ਮਿਸਕੈਰੇਜ ਕਰਦੇ ਆ ਮਤਲਬ ਕਿ ਸਮਝਦੇ ਸਾਰੇ ਕਰਨੇ ਇਜ਼ ਐਨ ਆਫੈਂਸ, ਠੀਕ ਹੈ। ਮਿਸਕੈਰੇਜ ਆਪਣੇ ਹੁਣ ਲਾਅ ਤੁਸੀਂ ਸਾਰੇ ਜਾਣਦੇ ਹੋ, ਜਿਹੜਾ ਹੈਗਾ ਅਬੋਰਸ਼ਨ ਕਰਵਾਉਣਾ ਜਿਹੜਾ ਹੈਗਾ ਲਾਅ ਦੇ ਅਗੇਂਸਟ ਹੈਗਾ। ਇਸ ਕਰਕੇ ਇਹ ਦੱਸਿਆ ਗਿਆ ਹੈ ਕਾਜ਼ਿੰਗ ਮਿਸਕੈਰੇਜ ਐਨ ਆਫੈਂਸ ਇੰਡੀਪੈਂਡੈਂਟਲੀ ਆਫ ਐਨੀ ਹਾਰਮ which it may cause or be intended to cause to the woman। ਠੀਕ ਹੈ ਜੀ, ਕਿਸੇ ਦਾ ਇਦਾਂ ਮਿਸਕੈਰੇਜ ਕਰਨੀ ਜਾਣੋ ਕਿ ਜੇ ਕੋਈ ਨੁਕਸਾਨ ਹੈਗਾ ਹੀ ਹੈਗਾ, ਜੋ ਤੱਕ ਕੋਈ ਕਿਸੇ ਵਿਅਕਤੀ ਨੂੰ ਬਚਾਉਣ ਦੀ ਖਾਤਰ, ਅਦਰਵਾਈਜ਼ ਜਿਹੜਾ ਐਕਟ ਹੈ ਉਹ ਅਨਲੌਫੁਲ ਹੈ। ਦੇਖੋ ਸਿੰਪਲ ਜੀ ਗੱਲ ਦੁਬਾਰਾ ਸਮਝੋ, ਅਦਰਵਾਈਜ਼ ਜਿਹੜਾ ਐਕਟ ਹੈ ਅਨਲੌਫੁਲ ਹੈਗਾ, ਜੇ ਉਹ ਐਕਟ ਕਰਦੇ ਆ ਤਾਂ ਅਨਲੌਫੁਲ ਹੈ। ਜਿਵੇਂ ਹੁਣ ਅਸੀਂ ਜਨਰਲ ਜੇ ਕੋਈ ਕਿਸੇ ਦਾ ਕੋਈ ਅਬੋਰਸ਼ਨ ਕੋਈ ਡਾਕਟਰ ਕਰਦਾ ਉਹ ਅਨਲੌਫੁਲ ਹੈ, ਬਟ ਜੇ ਕਿਸੇ ਉਸ ਲੇਡੀ ਨੂੰ ਜਾਂ ਬੱਚੇ ਨੂੰ ਬਚਾਉਣ ਦੀ ਖਾਤਰ ਜੇ ਕੋਈ ਇਦਾਂ ਦਾ ਕੰਮ ਕੀਤਾ ਜਾ ਰਿਹਾ ਹੈ then it is not punishable। ਇਹ ਸੈਕਸ਼ਨ 91 ਦਾ ਮਤਲਬ ਹੈਗਾ। ਨੈਕਸਟ ਹੈ ਸੈਕਸ਼ਨ 92, ਐਕਟ ਡਨ ਇਨ ਗੁੱਡ ਫੇਥ ਫॉर द benefit of a person without consent। ਹੁਣ ਉੱਪਰ ਤੱਕ ਆਪਾਂ ਗੱਲ ਕਰਦੇ ਸੀ ਕੰਸੈਂਟ ਦੀ, ਵੀ ਕੰਸੈਂਟ ਲੈ ਕੇ ਕੋਈ ਆਪਰੇਟ ਕਰਨਾ ਹੈ, ਠੀਕ ਹੈ, ਕੰਸੈਂਟ ਲੈ ਕੇ ਕੋਈ ਕੰਮ ਕਰਨਾ ਹੈ। ਇੱਥੇ ਵਿਦਆਊਟ ਕੰਸੈਂਟ ਦੀ ਗੱਲ ਆ ਗਈ। ਹੁਣ ਦੇਖੋ ਐਕਸੀਡੈਂਟ ਹੋ ਜਾਂਦਾ ਹੈ, ਕਿਸੇ ਰੋਡ ਦੇ ਉੱਪਰ ਐਕਸੀਡੈਂਟ ਹੋ ਜਾਂਦਾ ਹੈ, ਜਿਹੜਾ ਜ਼ਖਮੀ ਹੈ ਉਹਨੂੰ ਚੁੱਕ ਕੇ ਲੈ ਕੇ ਕੋਈ ਐਂਬੂਲੈਂਸ ਹੈ ਜਾਂ ਕੋਈ ਵਿਅਕਤੀ ਹੈਗਾ ਉਹਨੂੰ ਲੈ ਕੇ ਫਟਾਫਟ ਹਸਪੀਟਲ ਦੇ ਵਿੱਚ ਆ ਜਾਂਦੇ ਨੇ। ਉੱਥੇ ਨਾ ਤਾਂ ਉਹਦਾ ਕੋਈ ਪੇਰੈਂਟਸ ਹੈ, ਨਾ ਉਹਦਾ ਕੋਈ ਗਾਰਡੀਅਨ ਹੈ, ਨਾ ਹੀ ਉਹ ਕੌਨਸ਼ੀਅਸ ਹੈ ਵੀ ਉਹ ਕੰਸੈਂਟ ਖੁਦ ਦੇ ਸਕੇ, ਉਹ ਵੀ ਅਨਕੌਨਸ਼ੀਅਸ ਹੈ ਜਿਹੜਾ ਮਤਲਬ ਕਿ ਵਿਅਕਤੀ ਜਿਹੜਾ ਜ਼ਖਮੀ ਹੋਇਆ ਹੈਗਾ ਉਹ ਵੀ ਅਨਕੌਨਸ਼ੀਅਸ ਹੈ। ਉੱਥੇ ਹੁਣ ਕੰਸੈਂਟ ਲੈਣ ਦੀ ਗੱਲ ਕਿੱਥੇ ਆ ਗਈ? ਕੰਸੈਂਟ ਕੌਣ ਲਵੇਗਾ? ਜੇ ਕੰਸੈਂਟ ਲੈਣ ਦੀ ਕੋਈ ਵੇਟ ਕਰੇਗਾ, ਮੰਨ ਲਓ ਮੇ ਵੀ ਉਹਦੀ ਡੈਥ ਹੋ ਸਕਦੀ ਹੈ। ਇਸ ਕਰਕੇ ਵਿਦਆਊਟ ਕੰਸੈਂਟ ਵੀ ਕੁਝ ਕੰਮ ਕੀਤੇ ਜਾਂਦੇ ਨੇ, ਪਰ ਜੇ ਗੁੱਡ ਫੇਥ ਦੇ ਵਿੱਚ ਕੀਤੇ ਜਾਂਦੇ ਨੇ ਦੈਨ ਜੇ ਕੋਈ ਉਹਨੂੰ ਫਿਰ ਵੀ ਨੁਕਸਾਨ ਹੋ ਜਾਂਦਾ ਹੈ ਤਾਂ ਉਹ ਕੰਸੈਂਟ ਤੋਂ ਬਗੈਰ ਵੀ ਜੇ ਕੀਤਾ ਹੈਗਾ ਤਦ ਵੀ ਜਿਹੜਾ ਡਾਕਟਰ ਕੋਈ ਕੰਮ ਕਰਦਾ ਹੈ ਉਹ ਪਨਿਸ਼ੇਬਲ ਨਹੀਂ ਹੋਏਗਾ। ਇਹ ਸੈਕਸ਼ਨ 92 ਇਹ ਕਹਿੰਦਾ ਹੈ। ਪਰ ਇਹਦੇ ਵਿੱਚ ਫਿਰ ਕੁਝ ਪ੍ਰੋਵੀਜ਼ਨ ਦਿੱਤੀਆਂ ਨੇ ਵੀ ਜੇ ਕੋਈ ਐਕਟ ਹੈ ਵਿਦਆਊਟ ਕੰਸੈਂਟ ਕੀਤਾ ਜਾ ਰਿਹਾ ਹੈ, ਪਹਿਲੀ ਹੈ ਜੇ ਕੋਈ ਐਕਟ ਹੈ ਕਿਸੇ ਤੋਂ ਕੀਤਾ ਜਾ ਰਿਹਾ ਹੈ ਵਿਦਆਊਟ ਕੰਸੈਂਟ ਕੀਤਾ ਜਾ ਰਿਹਾ ਹੈ, ਪਰ ਵਿਦ ਦਾ ਮੈਲ ਆਫ ਇੰਟੈਂਸ਼ਨ ਕੀਤਾ ਜਾ ਰਿਹਾ ਹੈ, ਉਹਨੂੰ ਮਾਰਨ ਦੀ ਖਾਤਰ ਕੀਤਾ ਜਾ ਰਿਹਾ ਹੈ, ਠੀਕ ਹੈ, ਫਿਰ ਉਹ ਜਿਹੜਾ ਹੈਗਾ ਸੈਕਸ਼ਨ 92 ਹੈ ਜਿਹੜਾ ਉਹ ਪਨਿਸ਼ੇਬਲ ਬਣ ਜਾਂਦਾ ਹੈ। ਅਦਰਵਾਈਜ਼ ਨਾਟ ਪਨਿਸ਼ੇਬਲ ਹੈ। ਐਕਟ ਡਨ ਵਿਦਆਊਟ ਕੰਸੈਂਟ, ਕੋਈ ਡਾਕਟਰ ਆਪਰੇਟ ਕਰ ਦਿੰਦਾ ਹੈ ਕੰਸੈਂਟ ਤੋਂ ਬਿਨਾਂ ਆਪਰੇਟ ਕਰ ਦਿੰਦਾ ਹੈ, ਔਰ ਜਿਹੜਾ ਜ਼ਖਮੀ ਹੈ ਉਹਨੂੰ ਕੋਈ ਨੁਕਸਾਨ ਹੋ ਜਾਂਦਾ ਹੈ, ਦੈਨ ਜਿਹੜਾ ਡਾਕਟਰ ਹੈ ਨਾਟ ਪਨਿਸ਼ੇਬਲ ਹੈ, ਉਹਨੂੰ ਕੋਈ ਸਜ਼ਾ ਨਹੀਂ ਹੋ ਸਕਦੀ, ਠੀਕ ਹੈ। ਪਰ ਜੇਕਰ ਡਾਕਟਰ ਦੇ ਮਨ ਦੇ ਵਿੱਚ ਕੋਈ ਮੈਲ ਆ ਗਈ ਜਾਂ ਦੂਜੀ ਪਾਰਟੀ ਆ ਕੇ ਮਿਲ ਗਈ, ਦੂਜੀ ਪਾਰਟੀ ਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਮੈਨੇਜ ਕਰ ਲਿਆ, ਮੈਨੀਪੂਲੇਟ ਕਰ ਲਿਆ, ਠੀਕ ਹੈ, ਤਾਂ ਉਹਦੀ ਜਿਹੜੀ ਮਨ ਦੀ ਭਾਵਨਾ ਹੈ ਬਦਲ ਗਈ, ਮਨਸ਼ਾ ਚੇਂਜ ਹੋ ਗਈ, ਇੰਟੈਂਸ਼ਨਲ ਡੈਥ, ਅਟੈਂਪਟਿੰਗ ਟੂ ਕਾਜ਼ ਡੈਥ, ਉਹ ਮਾਰਨ ਦੀ ਖਾਤਰ ਉਹਨੂੰ ਨੁਕਸਾਨ ਪਹੁੰਚਾਉਣ ਦੀ ਖਾਤਰ ਜਿਹੜਾ ਐਕਟ ਕੀਤਾ ਜਾ ਰਿਹਾ ਹੈ ਉਸ ਵੱਲੋਂ, ਦੈਨ ਇਟ ਇਜ਼ ਪਨਿਸ਼ੇਬਲ, ਉਹ ਅਫੈਂਸ ਬਣ ਜਾਂਦਾ ਹੈ। ਅਦਰਵਾਈਜ਼ 92 ਚ ਅਫੈਂਸ ਨਹੀਂ ਹੈਗਾ। ਪਰ ਇੱਥੇ ਅੱਗੇ ਜਿਹੜੇ 5 ਰੀਜ਼ਨ ਦਿੱਤੇ ਨੇ, 5 ਰੀਜ਼ਨ ਦੇ ਵਿੱਚ ਫਸਟ ਦੇ ਵਿੱਚ ਹੈਗਾ ਇੰਟੈਂਸ਼ਨਲੀ ਕਾਜ਼ਿੰਗ ਡੈਥ, ਫਿਰ ਇਟ ਨੋਜ਼ ਟੂ ਬੀ ਲਾਈਕਲੀ ਟੂ ਕਾਜ਼ ਡੈਥ, ਸੈਕੰਡ ਦੇ ਵਿੱਚ ਹੈਗਾ ਉਹਨੂੰ ਪਤਾ ਹੈ ਵੀ ਮੈਂ ਇਹ ਕੰਮ ਕਰਾਂਗਾ ਤਾਂ ਇਹਦੀ ਡੈਥ ਹੋਏਗੀ, ਠੀਕ ਹੈ, ਤਦ ਵੀ ਉਹ ਕੰਮ ਕਰ ਦਿੰਦਾ ਹੈਗਾ। ਇੱਥੇ ਦੋਨੋਂ ਗੱਲਾਂ ਕਵਰ ਹੋ ਜਾਂਦੀਆਂ ਨੇ, ਇੰਟੈਂਸ਼ਨ ਵੀ ਆ ਜਾਂਦੀ ਹੈ। ਤੇ ਥਰਡਲੀ ਕੀ ਹੈਗਾ ਵਲੰਟਰੀ ਕਾਜ਼ਿੰਗ ਆਫ ਹਰਟ, ਉਹਨੂੰ ਜ਼ਖਮੀ ਕਰਨ ਦੀ ਖਾਤਰ, ਉਹਨੂੰ ਨੁਕਸਾਨ ਪਹੁੰਚਾਉਣ ਦੀ ਖਾਤਰ ਫਿਰ ਵੀ ਕੰਮ ਕੀਤਾ ਜਾ ਰਿਹਾ ਹੈ, ਜਾਣਬੁੱਝ ਕੇ ਕੀਤਾ ਜਾ ਰਿਹਾ ਹੈ ਵੀ ਇਹਦਾ ਨੁਕਸਾਨ ਹੋਏਗਾ, ਇੱਕ ਅੰਗ ਤੇ ਕੋਈ ਆਪਰੇਟ ਕਰਾਂਗੇ ਤਾਂ ਦੂਜੇ ਅੰਗ ਦਾ ਨੁਕਸਾਨ ਹੋਣੀ ਹੋਣਾ ਹੈਗਾ, ਪਤਾ ਇਸ ਗੱਲ ਦਾ, ਫਿਰ ਵੀ ਕਰ ਦਿੰਦਾ ਹੈਗਾ, ਠੀਕ ਹੈ। ਫੋਰਥਲੀ ਅਬੈਟਮੈਂਟ, ਮਤਲਬ ਕਿ ਜੋ ਕੰਮ ਕਿਸੇ ਨੇ ਪਹਿਲਾਂ ਕੀਤਾ ਉਸ ਨੂੰ ਹੋਰ ਨੁਕਸਾਨ ਪਹੁੰਚਾਉਣ ਦੀ ਖਾਤਰ ਇੱਕ ਨੇ ਮਤਲਬ ਕਿ ਐਕਸੀਡੈਂਟ ਕਰਤਾ, ਉਹ ਐਕਸੀਡੈਂਟ ਨੂੰ ਹੋਰ ਹੱਲਾਸ਼ੇਰੀ ਦੇਣ ਦੀ ਖਾਤਰ ਜਿਹੜਾ ਅਫੈਂਸ ਕੀਤਾ ਜਾ ਰਿਹਾ ਹੈ ਦੂਜੇ ਵਿਅਕਤੀ ਵੱਲੋਂ, ਦੈਨ ਇਟ ਇਜ਼ ਆਲਸੋ ਪਨਿਸ਼ੇਬਲ। ਇਹ 4 ਜਿਹੜੀਆਂ ਐਕਸੈਪਸ਼ਨਸ ਹੈਗੀਆਂ ਨੇ, ਐਕਸੈਪਸ਼ਨ ਦੀਆਂ ਵੀ ਐਕਸੈਪਸ਼ਨ ਨੇ, ਇਹ ਕਹਿ ਲਈਏ ਜੱਟ
ਇਹਦੀ ਇੱਕ ਐਗਜ਼ਾਮਪਲ ਦੇਖ ਲਓ, ਬੀ ਦੀ ਐਗਜ਼ਾਮਪਲ ਪੜ੍ਹ ਲਓ। ਬੀ, ਜੈਟ ਇਜ਼ ਕੈਰੀਡ ਆਫ ਬਾਈ ਅ ਟਾਈਗਰ। ਜੱਟ ਨੂੰ ਜਿਹੜਾ ਸ਼ੇਰ ਹੈ ਚੁੱਕ ਕੇ ਲੈ ਗਿਆ। ਇਹ ਫਾਇਰਸ ਐਟ ਦਾ ਟਾਈਗਰ, ਇਹ ਇਹਨਾਂ ਦਾ ਕੋਈ ਵਿਅਕਤੀ ਹੈ, ਉਹ ਟਾਈਗਰ ਦੇ ਉੱਪਰ ਫਾਇਰ ਕਰਦਾ ਹੈ, ਪਰ ਉਹਨੂੰ ਲੱਗਦਾ ਹੈ ਵੀ ਜੇ ਮੈਂ ਫਾਇਰ ਕਰਾਂਗਾ, ਜਿਹੜਾ ਫਾਇਰ ਹੈ ਇਹ ਜੱਟ ਦੇ ਵੀ ਲੱਗ ਸਕਦਾ ਹੈ। ਠੀਕ ਹੈ, ਬਟ ਨਾਟ ਇੰਟੈਂਡਿੰਗ ਟੂ ਕਿਲ ਜੈਟ, ਪਰ ਉਹ ਜੱਟ ਨੂੰ ਤਾਂ ਨਹੀਂ ਮਾਰਨਾ ਚਾਹੁੰਦਾ, ਜੱਟ ਨੂੰ ਉਹ ਛਡਾਉਣਾ ਚਾਹੁੰਦਾ ਸ਼ੇਰ ਤੋਂ। ਠੀਕ ਹੈ, ਫਿਰ ਵੀ ਉਹ ਜੇ ਕੋਈ ਫਾਇਰ ਕਰ ਦਿੰਦਾ ਹੈ, ਜੇ ਫਾਇਰ ਦਾ ਕੋਈ ਸ਼ਰਰਾ ਜਾਣੀ ਕਿ ਜੱਟ ਦੇ ਲੱਗਦਾ ਹੈ, ਦੈਨ ਇਟ ਇਜ਼ ਨਾਟ ਪਨਿਸ਼ੇਬਲ। ਠੀਕ ਹੈ ਜੀ, ਇੱਥੇ ਉਸਨੂੰ ਇਸ ਸੈਕਸ਼ਨ ਦਾ ਬੈਨੀਫਿਟ ਮਿਲੇਗਾ। एक सेक्शन सी पढ़ लो। ए सर्जन, ए अ सर्जन, सी इज ए चाइल्ड सफर एन एक्सीडेंट, किसी बच्चे का जो एक्सीडेंट हो गया। ठीक है, इन्हां दा सर्जन हैगा विच इज लाइकली टू प्रूव फाटल अनलैस एन ऑपरेशन बी इमीडिएटली परफॉर्म। उन्हें लगता है भी बहुत बड़े पद्धर से नुकसान हो सकता है इस बच्चे का जे मैं इमीडिएटली दा ऑपरेट नहीं करता। ठीक है, देयर इज नो टाइम टू अप्लाई टू द चाइल्ड्स गार्डियन, ਉਹਦੇ ਬੱਚੇ ਦੇ ਜਿਹੜੇ ਗਾਰਡੀਅਨ ਨੂੰ ਵੇਟ ਕਰਨ ਦਾ ਜਿਹੜਾ ਸਮਾਂ ਨਹੀਂ ਹੈਗਾ ਡਾਕਟਰ ਕੋਲੇ। ठीक है, ए परफॉर्म्स द ऑपरेशन इन स्पाइट ऑफ द इंटरटीज ऑफ द चाइल्ड इंटेंडिंग इन गुड फेथ। गुड फेथ ਦੇ ਵਿੱਚ ਜੇ ਬੱਚੇ ਦਾ ਆਪਰੇਟ ਕਰ ਦਿੱਤਾ ਜਾਂਦਾ ਡਾਕਟਰ ਵੱਲੋਂ ਚਾਈਲਡਸ ਬੈਨੀਫਿਟ ਦੀ ਖਾਤਰ, ਬੱਚੇ ਦੀ ਬੈਨੀਫਿਟ, ਇਹ ਹੈਜ਼ ਕਮਿਟਡ ਨੋ ਆਫੈਂਸ। ਜੇ ਫਿਰ ਵੀ ਕੋਈ ਨਾ ਕੋਈ ਬੱਚੇ ਨੂੰ ਨੁਕਸਾਨ ਹੋ ਜਾਂਦਾ ਹੈ ਤਾਂ ਉਸ ਨੂੰ ਆਫੈਂਸ ਨਹੀਂ ਕਿਹਾ ਜਾ ਸਕਦਾ। ਸੈਕਸ਼ਨ 93, ਕਮਿਊਨੀਕੇਸ਼ਨ ਮੇਡ ਇਨ ਗੁੱਡ ਫੇਥ। ਜੇ ਕੋਈ ਵਿਅਕਤੀ ਗੁੱਡ ਫੇਥ ਦੇ ਵਿੱਚ ਕੋਈ ਕਮਿਊਨੀਕੇਸ਼ਨ ਕਰਦਾ, ਕਿਸੇ ਨੂੰ ਕੋਈ ਇਨਫੋਰਮੇਸ਼ਨ ਦਿੰਦਾ, ਕੋਈ ਜਾਣਕਾਰੀ ਦਿੰਦਾ ਹੈ, ਤਾਂ ਉਹਨੂੰ ਆਫੈਂਸ ਨਹੀਂ ਕਿਹਾ ਜਾ ਸਕਦਾ। ਜਿਵੇਂ ਕਿ ਦੱਸਿਆ ਹੈਗਾ, ਇਹ ਆ ਸਰਜਨ ਇਨ ਗੁੱਡ ਫੇਥ ਐਗਜ਼ਾਮਪਲ ਹੈਗੀ ਹੈ। ਇਹ ਆ ਸਰਜਨ ਇਨ ਗੁੱਡ ਫੇਥ ਕਮਿਊਨੀਕੇਟਸ ਟੂ ਅ ਪੇਸ਼ੈਂਟ ਹਿਸ ਓਪੀਨੀਅਨ। ਡਾਕਟਰ ਆਪਣਾ ਓਪੀਨੀਅਨ ਦਿੰਦਾ ਵੀ ਤੇਰੀ ਜਿਹੜੀ ਲਾਈਫ ਹੈਗੀ ਹੈ ਤੂੰ ਨਹੀਂ ਬਚ ਸਕਦਾ, ਜਾਂ ਤੇਰੀ ਲਾਈਫ ਤਾਂ ਸਿਰਫ ਮਹੀਨੇ ਦੀ ਜਾਂ 15 ਦਿਨ ਜਾਂ 10 ਦਿਨ ਦੀ ਹੈ। ਤਾਂ ਪੇਸ਼ੈਂਟ ਡਾਈਜ਼ ਇਨ ਕਨਸੀਕੁਐਂਸ ਆਫ ਦਾ ਸ਼ੌਕ। ਠੀਕ ਹੈ, ਇਹ ਹੈਜ਼ ਕਮਿਟਡ ਨੋ ਆਫੈਂਸ। ਨੈਕਸਟ section 94, act to which a person is compelled by threats। देखो, जे किसी ਨੂੰ ਥ੍ਰੈਟ ਕਰਕੇ ਕੋਈ ਕੰਮ ਕਰਵਾ ਲਿਆ ਜਾਂਦਾ ਹੈ, ਥ੍ਰੈਟ ਕਰਕੇ ਉਹਨੂੰ ਲੱਗਦਾ ਵੀ ਜੇ ਮੈਂ ਨਹੀਂ ਕਰਾਂਗਾ ਤਾਂ ਮੈਨੂੰ ਇਹ ਮਾਰ ਦੇਣਗੇ। ਠੀਕ ਹੈ, except murder and offense act to which a person is compelled by threats except murder, murder ਨੂੰ ਛੱਡ ਕੇ and offenses against the state punishable with death। murder ਨੂੰ ਛੱਡ ਕੇ, death case ਨੂੰ ਛੱਡ ਕੇ, nothing is an offense which is done by a person who is compelled to do it by threats। ਜੇ ਕਿਸੇ ਨੂੰ ਥ੍ਰੈਟ ਕਰਕੇ ਕੋਈ ਬੰਦਾ ਕਿਸੇ ਦੂਜੇ ਬੰਦੇ ਤੋਂ ਕੋਈ ਕੰਮ ਕਰਵਾਉਂਦਾ ਹੈ ਤਾਂ ਉਹ ਜਿਹੜਾ ਵਿਅਕਤੀ ਹੈ ਜਿਹੜਾ ਕੰਮ ਕਰਦਾ ਹੈ ਉਹ ਪਨਿਸ਼ੇਬਲ ਨਹੀਂ ਹੋਏਗਾ। ਵਿਚ ਐਟ ਦਾ ਟਾਈਮ ਆਫ ਦਾ ਡੂਇੰਗ ਇਟ ਰੀਜ਼ਨੇਬਲੀ ਕਾਜ਼ ਇਟ ਐਪਰੀਹੈਂਸ਼ਨ, ਜਦੋਂ ਉਸਨੂੰ ਡਰ ਹੋਵੇ ਇਸ ਗੱਲ ਦਾ, ਐਪਰੀਹੈਂਸ਼ਨ ਦੈਟ ਇਨਸਟੈਂਟ ਡੈਥ, ਵੀ ਮੈਨੂੰ ਤਾਂ ਇਹ ਹੁਣੀ ਮਾਰ ਦੇਣਗੇ। ਪਰ ਜੇ ਮਾਰ ਦੇਣਗੇ ਇਹ ਕਹਿ ਕੇ ਕੋਈ ਬੰਦਾ ਕਹਦੇ ਤੂੰ ਇਹਨੂੰ ਮਾਰ ਦੇ, ਉਹ ਨਹੀਂ ਹੋ ਸਕਦਾ। ਤਾਂ ਹੀ ਉੱਪਰ ਲਿਖਿਆ ਵੀ ਐਕਸੈਪਟ ਮਰਡਰ ਐਂਡ offense against the state punishable with death, ਜਾਂ ਕੋਈ ਐਸਾ ਐਕਟ ਜਿਹੜਾ ਕਾਨੂੰਨ ਦੇ ਵੱਲੋਂ, ਕਾਨੂੰਨ ਦੇ ਵਿੱਚ ਉਹਦੀ ਸਜ਼ਾ ਮੌਤ ਹੋਵੇ। ਇਹਨਾਂ ਦੋਨੋਂ ਗੱਲਾਂ ਨੂੰ ਛੱਡ ਕੇ ਜੇ ਫਿਰ ਵੀ ਕੋਈ ਨਾ ਕੋਈ ਥ੍ਰੈਟ ਐਸੀ ਮਤਲਬ ਕਿ ਦਿੱਤੀ ਜਾ ਰਹੀ ਹੈ ਕਿਸੇ ਵਿਅਕਤੀ ਵੱਲੋਂ, ਤੇ ਉਸ ਵਿਅਕਤੀ ਦੇ ਉੱਪਰ ਐਡਾ ਪ੍ਰੈਸ਼ਰ ਹੈ ਵੀ ਉਸ ਨੂੰ ਦੂਜਾ ਬੰਦਾ ਜਿਹੜਾ ਥ੍ਰੈਟ ਕਰ ਰਿਹਾ ਹੈ ਉਹਨੂੰ ਡਰ ਹੈ ਵੀ ਜੇ ਮੈਂ ਇਹ ਕੰਮ ਨਹੀਂ ਕਰਾਂਗਾ ਤਾਂ ਮੈਨੂੰ ਮਾਰ ਸਕਦਾ ਹੈ ਇਹ, ਟੂ ਦੈਟ ਪਰਸਨ ਵਿਲ ਅਦਰਵਾਈਜ਼ ਬੀ ਕੰਸੀਕੁਐਂਸ, ਤਾਂ ਉਹ ਕੰਮ ਕਰਦਾ ਜਿਹੜਾ ਉਹ ਕਰਵਾਉਣਾ ਚਾਹੁੰਦੇ ਹੈ, then it is not punishable। ਉੱਪਰਲੇ ਦੋ ਕੰਮਾਂ ਨੂੰ ਛੱਡ ਕੇ it is not punishable। ਜੇ ਥ੍ਰੈਟ ਦੇ ਵਿੱਚ ਕੋਈ ਵਿਅਕਤੀ ਕਿਸੇ ਤੋਂ ਦੂਜੇ ਤੋਂ ਕੰਮ ਕਰਵਾ ਲੈਂਦਾ ਤਾਂ ਜਿਹੜਾ ਵਿਅਕਤੀ ਕੰਮ ਕਰਦਾ ਹੈ ਉਹ ਪਨਿਸ਼ੇਬਲ ਨਹੀਂ ਹੋਏਗਾ। ਇਹਦੀ ਐਗਜ਼ਾਮਪਲ ਤੇ ਪੜ੍ਹ ਕੇ ਦੇਖ ਲਓ, ਐਕਸਪਲੇਨੇਸ਼ਨ ਪੜ੍ਹ ਲਓ। A person who of his own accord or by reason of a threat, own accord or by reason of a threat of being beaten joins a gang of dacoits, knowing that character is not entitled to a benefit of his exceptions on the ground of his having been compelled by his associates to do anything that is an offense by law। ਇਹਨਾਂ ਦਾ ਕੋਈ ਵਿਅਕਤੀ ਹੈ, a person who of his own accord or by the reasons of a threat of being beaten joins a gang of dacoit, ਡਕੈਤਾਂ ਦੇ ਗੈਂਗ ਦੇ ਵਿੱਚ ਜੁਆਇਨ ਕਰ ਜਾਂਦਾ ਹੈ। ਕਿਸ ਗੱਲ ਦੇ ਲਈ? ਜਾਂ ਤਾਂ ਆਪਣੀ ਮਰਜ਼ੀ ਨਾਲ ਕਰ ਜਾਂਦਾ, ਜਾਂ ਫਿਰ ਉਹਨੂੰ ਲੱਗਦਾ ਮੈਨੂੰ ਇਹ ਕੁੱਟਣਗੇ
ਤभी ਉਹ ਐਂਟਰ ਕਰ ਜਾਂਦਾ ਹੈ ਗੈਂਗ, ਮਤਲਬ ਕਿ ਡਕੈਤਾਂ ਦੇ ਗੈਂਗ ਦੇ ਵਿੱਚ। knowing their character is not entitled to the benefit of this exception, ਉਹ ਇਸ ਐਕਸੈਪਸ਼ਨ ਦਾ ਬੈਨੀਫਿਟ ਨਹੀਂ ਲੈ ਸਕਦਾ। is not entitled to the benefit of this exception on the ground of his having been compelled by his associates to do anything that is an offense by law। ਆਪਦੀ ਮਰਜ਼ੀ ਨਾਲ ਡਕੈਤਾਂ ਚ ਜਾਂਦਾ ਹੈ ਜਾਂ ਉਹਨੂੰ ਡਰ ਹੈ ਮੈਨੂੰ ਕੁੱਟਣਗੇ ਤਾਂ ਵੀ ਡਕੈਤਾਂ ਚ ਰਲ ਜਾਂਦਾ ਹੈ, ਠੀਕ ਹੈ, ਤਾਂ ਉਹ ਸੈਕਸ਼ਨ 94 ਦਾ ਬੈਨੀਫਿਟ ਨਹੀਂ ਲੈ ਸਕਦਾ। दूसरी एक्सेप्शन है, एक्सप्लेनेशन है, ये बिल्कुल ही अगेंस्ट है। ए पर्सन सीज्ड बाय ए गैंग ऑफ डकैट्स, ਇਹਨਾਂ ਦੇ ਵਿਅਕਤੀ ਇਹ ਪਰਸਨ ਗੈਂਗਾਂ ਦਾ ਜਿਹੜਾ ਡਕੈਤ ਜਿਹੜੇ ਹੈਗੇ ਆ ਉਹ ਇਹਨਾਂ ਦੇ ਪਰਸਨ ਨੂੰ ਲੈ ਜਾਂਦੇ ਫੜ ਕੇ। ਕੌਣ ਹੈ ਇਹ? ਇਹਨਾਂ ਦਾ ਪਰਸਨ ਲੋਹਾਰ ਹੈ ਕੋਈ। ਐਂਡ ਫੋਰਸਡ ਬਾਈ ਥ੍ਰੈਟ ਆਫ ਇੰਸਟੈਂਟ ਡੈਥ, ਕਹਿੰਦੇ ਨਹੀਂ ਤਾਂ ਤੁਹਾਨੂੰ ਮਾਰ ਦਾਂਗੇ ਹੁਣੀ, ਨਹੀਂ ਤਾਂ ਤੂੰ ਆਪਦਾ ਸਮਾਨ ਚੱਕੋ, ਆਪਦਾ ਹਥੌੜਾ ਵਗੈਰਾ ਜੋ ਵੀ ਹੈਗਾ ਚੁੱਕ ਕੇ ਫਲਾਣੇ ਜਾ ਕੇ ਇੱਥੇ। ਕੰਪੈਲ ਟੂ ਟੇਕ ਹਿਸ ਟੂਲਸ ਐਂਡ ਟੂ ਫੋਰਸ ਦ ਡੋਰ ਆਫ ਏ ਹਾਊਸ ਫॉर द डकैत टू एंटर and plunder it is entitled to the benefit of this exception। ਉਹਨੂੰ ਕਹਿੰਦੇ ਵੀ ਆਹ ਫਲਾਣਾ ਦਰਵਾਜ਼ਾ ਤੋੜ ਜਾ ਕੇ ਜਾਂ ਤਾਲਾ ਤੋੜ ਜਾ, ਇਸ ਨੂੰ ਅਸੀਂ ਐਂਟਰ ਕਰਨਾ ਇਸ ਘਰ ਦੇ ਵਿੱਚ, ਇਹਦਾ ਦਰਵਾਜ਼ਾ ਤੋੜ, ਆਪਦੇ ਟੂਲ ਚੁੱਕ, ਉਹਨੂੰ ਫੜ ਕੇ ਲੈ ਜਾਂਦੇ ਨੇ, ਤੇ ਨਹੀਂ ਤਾਂ ਤੈਨੂੰ ਅਸੀਂ ਮਾਰ ਲਾਂਗੇ ਇੱਥੇ। ਜੇ ਉਹ ਦਰਵਾਜ਼ਾ ਤੋੜਦਾ ਹੈ ਆਪਦੇ ਟੂਲਾਂ ਦੇ ਨਾਲ, ਠੀਕ ਹੈ, ਤਾਲਾ ਤੋੜਦਾ ਹੈਗਾ, ਤਾਂ ਉਹ ਉੱਥੇ ਇਸ ਜਿਹੜੀ ਸੈਕਸ਼ਨ ਹੈਗੀ ਹੈ 94, ਇਹਦਾ ਬੈਨੀਫਿਟ ਨੂੰ ਮਿਲੇਗਾ। ਜਿਹੜਾ ਲੋਹਾਰ ਹੈ ਹੀ ਇਜ਼ ਨਾਟ ਪਨਿਸ਼ੇਬਲ, ਉਹਦੇ ਵੱਲੋਂ ਜਿਹੜਾ ਕੀਤਾ ਗਿਆ ਕੰਮ ਹੈ ਉਹ ਅੰਡਰ ਥ੍ਰੈਟ ਕੀਤਾ ਗਿਆ, ਤਾਂ ਉਹਨੇ ਕੋਈ ਜੁਰਮ ਨਹੀਂ ਕੀਤਾ। ਦੈਨ ਹੈ ਸੈਕਸ਼ਨ 95, ਐਕਟ ਕਾਜ਼ਿੰਗ ਸਲਾਈਟ ਹਾਰਮ। ਮਾਮੂਲੀ ਹਾਰਮ ਕਿਸੇ ਨੂੰ ਨੁਕਸਾਨ ਪਹੁੰਚਦਾ ਹੈ ਤਾਂ ਉਹਦੇ ਵੱਲੋਂ ਕੋਈ ਐਕਟ ਕੀਤਾ ਗਿਆ ਹੈ, ਉਹਦੇ ਵੱਲੋਂ ਇਟ ਇਜ਼ ਨਾਟ ਪਨਿਸ਼ੇਬਲ। ਜੇ ਆਮ ਜਨਰਲ ਦੇ ਵਿੱਚ ਕਿਸੇ ਦਾ ਕੋਈ ਮਾੜਾ ਮੋਟਾ ਕੋਈ ਨੁਕਸਾਨ ਹੁੰਦਾ ਹੈ, ਆਰਡਨਰੀ ਸੈਂਸ ਐਂਡ ਟੈਂਪਰ would complain of such harm। so slight any harm if that harm is so slight, ਬਹੁਤ ਥੋੜੀ ਜਿਹੀ ਕੋਈ ਨੁਕਸਾਨ ਕਿਸੇ ਨੂੰ ਹੁੰਦਾ ਹੈਗਾ, ਉਹਨੂੰ offense ਨਹੀਂ ਕਿਹਾ ਜਾ ਸਕਦਾ। ਸੈਕਸ਼ਨ 95 ਦੇ ਵਿੱਚ ਕਿਹਾ ਗਿਆ। then ਹੈ of the right of private defense। ਦੇਖੋ ਉੱਪਰ ਆਪਾਂ ਕੁਝ ਹੋਰ ਪੜ੍ਹ ਰਹੇ ਸੀਗੇ, ਕੰਸੈਂਟ ਦੀ ਗੱਲ ਕਰ ਰਹੇ ਸੀਗੇ, ਜਾਂ ਫਿਰ ਥ੍ਰੈਟ ਦੀ ਗੱਲ ਕਰ ਰਹੇ ਸੀਗੇ, ਜਾਂ ਫਿਰ ਵਿਦਆਊਟ ਕੰਸੈਂਟ ਕੋਈ ਆਪਰੇਸ਼ਨ ਕੀਤਾ ਜਾ ਰਿਹਾ ਕਿਸੇ ਡਾਕਟਰ ਵੱਲੋਂ, ਉਹਦੀ ਗੱਲ ਕਰ ਰਹੇ ਸੀਗੇ। ਹੁਣ ਗੱਲ ਆ ਗਈ ਅੱਗੇ ਰਾਈਟ ਆਫ ਪ੍ਰਾਈਵੇਟ ਡਿਫੈਂਸ, ਆਪਦੇ ਆਪ ਦਾ ਡਿਫੈਂਸ ਕਰਨਾ। ਆਪਣੇ ਆਪ ਦੇ ਡਿਫੈਂਸ ਦੇ ਵਿੱਚ ਆਪਣੇ ਆਪ ਨੂੰ ਕੋਈ ਨੁਕਸਾਨ ਹੋਣ ਵਾਲਾ ਹੈਗਾ ਜਾਂ ਆਪਣਾ ਕੋਈ ਨੁਕਸਾਨ ਕਰਨਾ ਚਾਹੁੰਦਾ ਹੈ, ਆਪਾਂ ਆਪਦੇ ਡਿਫੈਂਸ ਦੇ ਵਿੱਚ ਕੋਈ ਐਕਟ ਕਰਦੇ ਹਾਂ, ਠੀਕ ਹੈ। ਰਾਈਟ ਆਫ ਪ੍ਰਾਈਵੇਟ ਡਿਫੈਂਸ ਦੇ ਲਈ ਕੋਈ ਆਪਣੇ ਵੱਲੋਂ ਕੋਈ ਕੰਮ ਕੀਤਾ ਜਾ ਰਿਹਾ, ਦੂਜਾ ਦਾ ਨੁਕਸਾਨ ਹੋ ਜਾਂਦਾ ਹੈ, ਤਾਂ ਉਸਨੂੰ ਜਿਹੜਾ ਹੈਗਾ ਉਹਦੇ ਵਿੱਚ ਇਹ ਐਕਸੈਪਸ਼ਨਸ ਨੇ, ਡਿਫੈਂਸ ਨੇ ਲਾਅ ਦੇ ਵਿੱਚ। ਉਸ ਵਿਅਕਤੀ ਨੂੰ ਜੋ ਆਪਣਾ ਬਚਾਅ ਕਰਨਾ ਚਾਹੁੰਦਾ ਉਹਦੇ ਵੱਲੋਂ ਕੋਈ ਗਲਤ ਕੰਮ ਹੋ ਜਾਂਦਾ ਹੈ, ਦੂਜਾ ਨੁਕਸਾਨ ਹੋ ਜਾਂਦਾ ਹੈ, ਤਾਂ ਉਸਨੂੰ ਇਹ ਐਕਸੈਪਸ਼ਨਸ ਨੇ, ਉਹ ਪਨਿਸ਼ੇਬਲ ਨਹੀਂ ਹੁੰਦਾ ਹੈਗਾ। ਸੈਕਸ਼ਨ 96 ਕੀ ਕਿਹਾ ਗਿਆ? ਥਿੰਗਸ ਡਨ ਇਨ ਪ੍ਰਾਈਵੇਟ ਡਿਫੈਂਸ ਨਥਿੰਗ ਇਜ਼ ਐਨ ਅਫੈਂਸ, ਠੀਕ ਹੈ ਜੀ। ਪ੍ਰਾਈਵੇਟ ਡਿਫੈਂਸ ਦੇ ਵਿੱਚ ਜੇ ਆਪਾਂ ਕੋਈ ਕੰਮ ਕਰਦੇ ਹਾਂ ਤਾਂ ਆਪਣੇ ਵੱਲੋਂ ਕੋਈ ਦੂਜਾ ਨੁਕਸਾਨ ਹੁੰਦਾ ਹੈ, ਉਹ ਪਨਿਸ਼ੇਬਲ ਨਹੀਂ ਹੁੰਦਾ। Section 97 right of private defense of the body and of the property। प्राइवेट डिफेंस काहदा हो सकता है? अपनी बॉडी का भी हो सकता है, अपनी प्रॉपर्टी का भी हो सकता है। इसकी क्या है? एवरी पर्सन हैज ए राइट सब्जेक्ट टू द सेक्शंस कंटेन्ड इन सेक्शन 99। अगर 99 सेक्शन से कुछ प्रोविजंस दिए गए हैं उन्हें छड्ड के टू डिफेंड की डिफेंड कर सकता है अपना हिज ओन बॉडी, अपनी बॉडी का बचाव कर सकता है। कोई उसको कोई मारना चाहता है तो आपका बचाव कर सकता है हर व्यक्ति। फर्स्ट हिज बॉडी, हिज ओन बॉडी एंड द बॉडी ऑफ एनी अदर पर्सन। ਜਾਂ ਉਹਦੇ ਕਿਸੇ ਫੈਮਿਲੀ ਮੈਂਬਰ ਦੀ ਕੋਈ ਹੋਰ ਵਿਅਕਤੀ ਦਾ ਕੋਈ ਨੁਕਸਾਨ ਕਰਨਾ ਚਾਹੁੰਦਾ ਹੈ, ਉਹਦੇ ਬਚਾਅ ਦੀ ਖਾਤਰ ਵੀ ਉਹ ਪ੍ਰਾਈਵੇਟ ਡਿਫੈਂਸ ਦਾ ਜਿਹੜਾ ਹੈਗਾ ਸਹਾਰਾ ਲੈ ਸਕਦਾ ਹੈ ਅਗੇਂਸਟ ਐਨੀ ਆਫੈਂਸ ਅਫੈਕਟਿੰਗ ਦਾ ਹਿਊਮਨ ਬॉडी, ਠੀਕ ਹੈ ਜੀ। ਉਹ ਪ੍ਰਾਈਵੇਟ ਡਿਫੈਂਸ ਦਾ ਸਹਾਰਾ ਲੈ ਸਕਦਾ ਜੇ ਉਹਨੂੰ ਜਾਂ ਉਹਦੇ ਕਿਸੇ ਵਿਅਕਤੀ ਨੂੰ ਹੋਰ ਨੂੰ ਕੋਈ ਬੰਦਾ ਨੁਕਸਾਨ ਪਹੁੰਚਾਉਣ ਦੀ ਖਾਤਰ, ਕੋਈ ਸੱਟ ਮਾਰਨ ਦੀ ਖਾਤਰ ਕੋਸ਼ਿਸ਼ ਕਰਦਾ ਹੈ, ਤਾਂ ਉਹ ਪ੍ਰਾਈਵੇਟ ਡਿਫੈਂਸ ਦਾ ਸਹਾਰਾ ਲੈ ਕੇ ਬਚਾ ਕਰ ਸਕਦਾ ਹੈ। ਬੇਸ਼ੱਕ ਉਸ ਮਤਲਬ ਕਿ ਉਹਦੇ ਨਾਲ ਦੂਜੇ ਨੂੰ ਨੁਕਸਾਨ ਬੇਸ਼ੱਕ ਹੋ ਜਾਵੇ ਕੋਈ। ਸੈਕੰਡਲੀ ਉੱਪਰ ਫਸਟਲੀ ਆਇਆ ਸੀ ਹਿਜ਼ ਓਨ ਬॉडी ਜਾਂ ਬॉडी ਆਫ ਦਾ ਅਦਰ ਪਰਸਨ। ਸੈਕੰਡਲੀ ਆ ਗਿਆ ਤਾਂ ਪ੍ਰੋਪਰਟੀ ਵੈਦਰ ਮੂਵੇਬਲ ਹੋਵੇ ਚਾਹੇ ਇਮੂਵੇਬਲ ਹੋਵੇ, ਠੀਕ ਹੈ, ਆਫ ਹਿਮਸੈਲਫ ਔਰ ਆਫ ਐਨੀ ਅਦਰ ਪਰਸਨ, ਜਾਂ ਉਹਦੀ ਆਪਦੀ ਹੋਵੇ ਜਾਂ ਉਹਦੇ ਕਿਸੇ ਵਿਅਕਤੀ ਦੀ ਹੋਵੇ, ਅਗੇਂਸਟ ਐਨੀ ਐਕਟ ਵਿਚ ਇਜ਼
एन ऑफेंस फॉलिंग अंडर द डेफिनेशन ऑफ थेफ्ट रॉबरी कोई व्यक्ति ਉਹਦੀ थेफ्ट ਕਰਨ ਦੀ ਖਾਤਰ ਰੌਬਰੀ ਕਰਨ ਦੀ ਖਾਤਰ ਜਾਂ ਕੋਈ ਹੋਰ ਗਲਤ ਕੰਮ ਕਰਨ ਦੀ ਖਾਤਰ ਜਾਂ ਕੋਈ ਉਸ ਨੂੰ ਨੁਕਸਾਨ ਪਹੁੰਚਾਉਣ ਦੀ ਖਾਤਰ ਕ੍ਰਿਮੀਨਲ ਟ੍ਰੈਸਪਾਸ ਐਂਟਰ ਕਰਦਾ ਹੈ ਠੀਕ ਹੈ ਉਸ ਪ੍ਰੋਪਰਟੀ ਤੇ ਐਂਟਰ ਕਰਦਾ ਹੈ ਰੌਬਰੀ ਕਰਦਾ ਹੈ ਕ੍ਰਿਮੀਨਲ ਟ੍ਰੈਸਪਾਸ ਕਰਦਾ ਹੈ ਇਸ ਸਥਿਤੀ ਦੇ ਵਿੱਚ ਜੇ ਕੋਈ ਵਿਅਕਤੀ ਵੱਲੋਂ ਆਪਣੀ ਪ੍ਰੋਪਰਟੀ ਨੂੰ ਬਚਾਉਣ ਦੀ ਖਾਤਰ ਕੋਈ ਐਕਟ ਕੀਤਾ ਜਾਂਦਾ ਹੈ ਤਾਂ ਦੂਜੇ ਵਿਅਕਤੀ ਨੂੰ ਕੋਈ ਨੁਕਸਾਨ ਹੋ ਜਾਂਦਾ ਹੈ then it is not a punishable offense. Section 98 right of private defense against the act of a person of unsound mind. देखो जे कोई अनसाउंड माइंड है सड़क ते घूम रहा है हथ दे विच ओहदे कहाड़ है या कोई तलवार है ठीक है लैके वो घूम रहा नाबालग अनसाउंड माइंड हैगा ते हुण किसी व्यक्ति दे मगर पै गया तलवार लैके या कोई ਇੱਟ ਲੈ ਕੇ ਪੈ ਗਿਆ ਤੇ ਉਹਦੇ ਵਿੱਚ ਆਪਦੇ ਬਚਾਅ ਦੀ ਖਾਤਰ ਜੇ ਕੋਈ ਵਿਅਕਤੀ ਡਿਫੈਂਸ ਕਰਦਾ ਆਪਦੀ ਬੋਡੀ ਦਾ ਡਿਫੈਂਸ ਕਰਦਾ ਹੈਗਾ ਠੀਕ ਹੈ ਤਾਂ ਉਹ ਰਾਈਟ ਆਫ ਪ੍ਰਾਈਵੇਟ ਡਿਫੈਂਸ ਦਾ ਜਿਹੜਾ ਸਹਾਰਾ ਲੈ ਸਕਦਾ ਹੈ when an act which would otherwise be a certain offense otherwise ਤਾਂ ਉਹ offense ਹੈ ਜੇ ਅਸੀਂ ਉਹਦਾ ਕੋਈ ਨੁਕਸਾਨ ਕਰਦੇ ਆ is not that offense by reason of the youth want of maturity of understanding the unsoundness of mind intoxication of a person doing that act or by reason of a misconception ਗਲਤਫਹਿਮੀ ਨਾਲ ਕੋਈ ਇਦਾਂ ਦੇ ਵਿਅਕਤੀ ਹੈਗੇ ਨੇ ਜਿਹੜੇ ਬੇਸ਼ੱਕ ਉਹ ਅਨਸਾਊਂਡਨੈਸ ਮਾਈਂਡ ਨੇ ਇੰਟੌਕਸੀਕੇਸ਼ਨ ਨੇ ਲੂਨੈਟਿਕ ਨੇ ਲੁੱਲੇ ਲੰਗੜੇ ਪਾਗਲ ਠੀਕ ਹੈ ਇਹਨਾਂ ਤੋਂ ਜੇ ਕੋਈ ਮਤਲਬ ਕਿ ਕੋਈ ਕਿਸੇ ਨੂੰ ਲੱਗਦਾ ਵੀ ਮੈਨੂੰ ਹਿਜ਼ਾ ਮਾਰੇਗਾ ਸੱਟ ਮਾਰ ਦੇਗਾ ਮੇਰੇ ਆਪ ਦਾ ਡਿਫੈਂਸ ਕਰਨਾ ਚਾਹੁੰਦਾ ਕੋਈ ਵਿਅਕਤੀ ਤਾਂ ਕਰ ਸਕਦਾ ਹੈ ਤਾਂ ਉਹ ਪਨਿਸ਼ੇਬਲ ਨਹੀਂ ਹੋਏਗਾ ਐਗਜ਼ਾਮਪਲ ਪੜ੍ਹ ਲਓ ਇੱਕ ਜੈਡ ਅੰਡਰ ਦਾ ਇਨਫਲੂਐਂਸ ਆਫ ਮੈਡਨੈਸ ਅਟੈਂਪਟਸ ਟੂ ਕਿਲ ਏ ਜੈਡ ਹੈਗਾ ਪਾਗਲ ਹੋਇਆ ਹੋਇਆ ਅਟੈਂਪਟਸ ਟੂ ਕਿਲ ਏ ਨੂੰ ਮਾਰ ਕੇ ਏ ਨੂੰ ਮਾਰਨਾ ਚਾਹੁੰਦਾ ਹੈ ਉਹਦੇ ਪਰ ਮਾਰਨ ਦੀ ਕੋਸ਼ਿਸ਼ ਕਰਦਾ ਹੈ ਜੈਡ ਇਜ਼ ਗਿਲਟੀ ਆਫ ਨੋ ਆਫੈਂਸ ਇੱਥੇ ਜਿਹੜਾ ਜੈਡ ਹੈ ਉਹ ਗਿਲਟੀ ਨਹੀਂ ਹੈਗਾ ਕਿਉਂਕਿ ਉਹਨੂੰ ਪਤਾ ਨਹੀਂ ਮੈਂ ਕੀ ਕਰ ਰਿਹਾ ਜੈਡ ਇਜ਼ ਗਿਲਟੀ नो ऑफेंस ये मैं पीछे एकदम पढ़ के गए सेक्शन पढ़ के गए आप ठीक है बट ए हैज द सेम राइट ऑफ प्राइवेट डिफेंस इतने ये नहीं है हुण जेड जो मर्जी करी जाए तो ए आपदा कुछ भी ना करे जेड जिहड़ा है ए नूं मारना चाहता है बेशक जिहड़ा जेड है वो ऑफेंस कमिट नहीं कर रहा क्योंकि वो इनसेन है पागल है मैडनेस है बट जेड इज गिल्टी नो ऑफेंस बट ए हैज द सेम राइट ऑफ प्राइवेट डिफेंस which he would have if जेड वर sane जेकर सेन ਜਿਹੜਾ ਜੈਡ ਸੀ ਸਹੀ ਹੁੰਦਾ ਸਹੀ ਸਲਾਮਤ ਹੁੰਦਾ ਠੀਕ ਹੈ ਤਾਂ ਜਿਹੜਾ ਏ ਸੀਗਾ ਸਾਰਾ ਲੈ ਸਕਦੀ ਪ੍ਰਾਈਵੇਟ ਡਿਫੈਂਸ ਕਰ ਸਕਦਾ ਸੀ ਆਪਣਾ ਇੱਥੇ ਵੀ ਜਿਹੜਾ ਏ ਹੈਗਾ ਉਹਨੂੰ ਬੈਨੀਫਿਟ ਦਿੱਤਾ ਗਿਆ ਹੈਗਾ ਵੀ ਜੇ ਕੋਈ ਪਾਗਲ ਵਗੈਰਾ ਤੁਹਾਨੂੰ ਕੋਈ ਸੱਟ ਪੇਟ ਮਾਰਨ ਦੀ ਕੋਸ਼ਿਸ਼ ਕਰਦਾ ਹੈ ਤੁਸੀਂ ਆਪਣੇ ਰਾਈਟ ਆਫ ਪ੍ਰਾਈਵੇਟ ਡਿਫੈਂਸ ਯੂਜ਼ ਕਰ ਸਕਦੇ ਹੋ ਤੇ ਤੁਸੀਂ ਆਪਣਾ ਬਚਾਅ ਕਰ ਸਕਦੇ ਹੋ ਬੇਸ਼ੱਕ ਉਹਦਾ ਕੋਈ ਨੁਕਸਾਨ ਬੇਸ਼ੱਕ ਹੋ ਜਾਂਦਾ ਤੁਹਾਡੇ ਤੋਂ ਦੈਨ ਯੂ ਆਰ ਨਾਟ ਪਨਿਸ਼ੇਬਲ ਇਸੇ ਤਰੀਕੇ एग्जाम्पल एक होर पढ़ लो ए enters by night a house which he is legally entitled to enter ਜਿਹੜਾ ए हैगा अपने हाउस ਦੇ ਵਿੱਚ ਐਂਟਰ ਕਰਦਾ ਹੈ ਬੇਸ਼ੱਕ ਉਹ ਇੰਟਾਈਟਲ ਹੈ ਘਰ 'ਚ ਐਂਟਰ ਕਰਨ ਦੇ ਲਈ ਪਰ ਉਹ ਰਾਤ ਨੂੰ ਐਂਟਰ ਕਰ ਰਿਹਾ ਹੈ ਰਾਤ ਨੂੰ ਐਂਟਰ ਕਰਨ ਦੇ ਨਾਲ ਜਿਹੜਾ ਜੈਡ ਹੈ ਜੈਡ ਇਨ ਗੁੱਡ ਫੇਥ ਟੇਕਿੰਗ ए ਫਾਰ ए ਹਾਊਸ ਬ੍ਰੇਕਰ ਜੈਡ ਨੂੰ ਲੱਗਦਾ ਵੀ ਇਹ ਜਿਹੜਾ ਬੰਦਾ ਜਿਹੜਾ ਕੋਈ ਐਂਟਰ ਕਰਕੇ ਰਾਤ ਨੂੰ ਇਹ ਤਾਂ ਕੋਈ ਚੋਰ ਆਏਗਾ ठीक है बेशक हाउस का ही कोई घर का ही कोई मैंबर होवे पर जब नूं लगदा भी इहदा जिहड़ा कोई चोर आ गया मेरे घर च ब्रेक करके अटैक्स ए इहदे उपर अटैक करना जिहड़ा जेड हैगा यार जेड बाय अटैकिंग ए अंडर दिस मिसकनसैप्शन ये गलतफहमी दे नाल वो अटैक कर दिंदा उहदे उपर कमिट्स नो ऑफेंस जिहड़ा जेड वल्लों कीता गया काम है Here Jet by attacking A under this misconception commits no offense. Jet ਵੱਲੋਂ ਅਟੈਕ ਕੀਤਾ ਗਿਆ A ਦੇ ਉੱਪਰ ਠੀਕ ਹੈ ਇਹਨੂੰ ਅਸੀਂ offense ਨਹੀਂ ਕਹਿ ਸਕਦੇ ਕਿਉਂਕਿ ਉਹਦੇ ਵੱਲੋਂ ਮਿਸਕਨਸੈਪਸ਼ਨ ਹੋਈ ਹੈ ਉਹਨੂੰ ਗਲਤਫਹਿਮੀ ਹੋਈ ਹੈ ਬਟ A has the same right ਇੱਥੇ ਜਿਹੜਾ A ਹੈਗਾ ਉਹਦੇ ਕੋਲ ਵੀ ਰਾਈਟ ਹੈਗਾ ਬੇਸ਼ੱਕ ਜੈਡ ਨੂੰ ਤਾਂ ਗਲਤਫਹਿਮੀ ਹੋਈ ਹੈ ਉਹ ਤਾਂ ਉਹਦਾ ਸਹਾਰਾ ਲੈ ਕੇ ਬਚ ਜਾਏਗਾ ਬਟ ਇੱਥੇ A ਜਿਹੜਾ ਹੈਗਾ A has the same right of private defense अगेंस्ट जेड इत्थे जिहड़ा ए है
ਉਹ ਵੀ ਏਜੰਟ ਦੇ ਖਿਲਾਫ ਜਿਹੜੀ ਕਾਰਵਾਈ ਕਰ ਸਕਦਾ ਹੈ ਆਪਦੇ ਬਚਾਅ ਦੀ ਖਾਤਰ। ਉਹਦੇ ਵੀ ਸਰਟੀਫਿਕੇਟ, ਉਹ ਵੀ ਬਚਾਉਣ ਦੀ ਖਾਤਰ ਆਪਦਾ ਰਾਈਟ ਆਫ ਪ੍ਰਾਈਵੇਟ ਡਿਫੈਂਸ ਦਾ ਸਹਾਰਾ ਲੈ ਕੇ ਬਚ ਸਕਦਾ ਹੈਗਾ, ਜਿਹਦੇ ਨਾਲ ਕੋਈ ਏਜੰਟ ਨੂੰ ਵੀ ਨੁਕਸਾਨ ਹੋ ਸਕਦਾ ਹੈ, which he would have yet not acting under the that misconception। ਤੇ ਜਿਹੜਾ ਹੈਗਾ ਇਹ ਵੀ ਸਹਾਰਾ ਲੈ ਸਕਦਾ ਪ੍ਰਾਈਵੇਟ ਡਿਫੈਂਸ ਦਾ, ਆਪਦੇ ਆਪਦਾ ਬਚਾਅ ਕਰ ਸਕਦਾ ਹੈ, ਬੇਸ਼ੱਕ ਦੂਜੇ ਪਾਰਟੀ ਨੂੰ ਨੁਕਸਾਨ ਕੋਈ ਹੋ ਜਾਵੇ। ਤਾਂ ਦੋਨੇ ਹੀ ਇੱਥੇ ਜਿਹੜੇ ਹੈਗੇ ਵਿਅਕਤੀ ਨੇ, ਮਤਲਬ ਦੋਨੇ ਵਿਅਕਤੀ ਹੀ ਇੱਥੇ ਜਿਹੜੇ ਓਫੈਂਸਿਬਲ ਪਨਿਸ਼ੇਬਲ ਨਹੀਂ ਹੈਗੇ, ਨਾ ਹੀ ਏ ਨਾ ਹੀ ਜੈਟ। ਨੈਕਸਟ ਹੈ ਸੈਕਸ਼ਨ 99, acts against which there is no right of private defense। ਕੋਈ ਐਕਟ ਹੈਗਾ act against which there is no right of private defense, ਜਿੱਥੇ private defense ਨਹੀਂ ਹੋਏਗਾ। there is no right of private defense against an act which does not reasonably cause the apprehension of death or grievous hurt if done or attempt to be done by the public servant acting in good faith। ਜੇ ਕੋਈ ਗੁੱਡ ਫੇਥ ਦੇ ਵਿੱਚ ਕੋਈ ਪਬਲਿਕ ਸਰਵੈਂਟ ਹੈ, ਕਿਸੇ ਵਿਅਕਤੀ ਨੂੰ ਪਕੜ ਰਿਹਾ ਹੈਗਾ, ਤਾਂ ਇਹ ਦੂਜਾ ਵਿਅਕਤੀ ਇਹ ਕਹਿ ਕੇ ਨਹੀਂ ਸਹਾਰਾ ਲੈ ਸਕਦਾ ਵੀ ਇਹਦਾ ਰਾਈਟ ਆਫ ਪ੍ਰਾਈਵੇਟ ਡਿਫੈਂਸ ਮੈਨੂੰ ਮਿਲਿਆ ਹੋਇਆ ਤੇ ਮੈਂ ਤਾਂ ਬਚਾਅ ਦੀ ਖਾਤਰ ਉਹਦੇ ਸਰਟੀਫਿਕੇਟ ਮਾਰ ਦੇਵੇ ਕੋਈ। ਜੇ ਕੋਈ ਪਬਲਿਕ ਸਰਵੈਂਟ ਹੈਗਾ ਤੇ ਕਿਸੇ ਵਿਅਕਤੀ ਨੂੰ ਅਰੈਸਟ ਕਰਨਾ ਚਾਹੁੰਦਾ ਹੈ, ਜਿਵੇਂ ਕਿ ਪੁਲਿਸ ਆਫੀਸਰ ਕਿਸੇ ਵਿਅਕਤੀ ਨੂੰ ਅਰੈਸਟ ਕਰਨਾ ਚਾਹੁੰਦਾ ਹੈ, ਤੇ ਦੂਜੇ ਪਾਸੇ ਦੂਜਾ ਵਿਅਕਤੀ ਸੈਕਸ਼ਨ 99 ਦਾ ਜਾਂ ਕਿਸੇ ਹੋਰ ਸੈਕਸ਼ਨ ਦਾ ਸਹਾਰਾ ਲੈ ਕੇ ਤੇ ਉਹਦੇ ਵੀ ਨੁਕਸਾਨ ਕਰਦਾ, ਉਹਦੀ ਸਰਟੀਫਿਕੇਟ ਮਾਰਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਉਹਦਾ ਬੈਨੀਫਿਟ ਉਹ ਨਹੀਂ ਲੈ ਸਕਦਾ। ਇੱਥੇ ਤਾਂ ਹੀ ਇਹ ਕਿਹਾ ਗਿਆ ਵੀ ਐਕਟ ਅਗੇਂਸਟ ਵਿਚ ਦੇयर ਇਜ਼ ਨੋ ਰਾਈਟ ਆਫ ਪ੍ਰਾਈਵੇਟ ਡਿਫੈਂਸ। ਜਿੱਥੇ ਕੋਈ ਪਬਲਿਕ ਸਰਵੈਂਟ ਹੈਗਾ ਉਹ ਕੋਈ ਐਕਟ ਕਰ ਰਿਹਾ ਹੈ, ਗੁੱਡ ਫੇਥ ਕਰ ਰਿਹਾ ਹੈਗਾ, ਤਾਂ ਉੱਥੇ ਦੂਜਾ ਵਿਅਕਤੀ ਰਾਈਟ ਆਫ ਪ੍ਰਾਈਵੇਟ ਡਿਫੈਂਸ ਦਾ ਸਹਾਰਾ ਨਹੀਂ ਲੈ ਸਕਦਾ। ਸੈਕੰਡ ਪੈਰੇਜ ਵੀ ਇਹੀ ਗੱਲ ਕਹੀ ਹੈ, there is no right of private defense against an act which does not reasonably cause death or grievous hurt। ਪਬਲਿਕ ਸਰਵੈਂਟ ਵੱਲੋਂ ਕੀਤਾ ਜਾ ਰਿਹਾ ਹੈ ਕੰਮ, ਗੁੱਡ ਫੇਥ ਵਿੱਚ ਕੀਤਾ ਜਾ ਰਿਹਾ, ਅੰਡਰ ਦਾ ਕਲਰ ਆਫ ਹਿਸ ਆਫਿਸ, ਆਪਦੇ ਦਫ਼ਤਰ ਦੀ ਕਾਰਵਾਈ ਪੂਰੀ ਕਰਨ ਦੀ ਖਾਤਰ ਕੋਈ ਕੰਮ ਕੀਤਾ ਜਾ ਰਿਹਾ, ਤਾਂ ਦੂਜਾ ਵਿਅਕਤੀ ਜਿਹੜਾ ਹੈਗਾ ਰਾਈਟ ਆਫ ਪ੍ਰਾਈਵੇਟ ਡਿਫੈਂਸ ਦਾ ਸਹਾਰਾ ਨਹੀਂ ਲੈ ਸਕਦਾ। there is no right of private defense in cause of which there is time to have recourse to the protection of public authorities। in cases in which there is time to have recourse to protection of public authorities। ਜੇ ਕੋਈ ਵਿਅਕਤੀ ਕੋਲ ਇੰਨਾ ਸਮਾਂ ਹੈਗਾ ਵੀ ਉਹ ਪਬਲਿਕ ਅਥਾਰਟੀ ਨੂੰ ਜਾ ਕੇ ਆਪਣੀ ਕੰਪਲੇਂਟ ਕਰ ਸਕਦਾ ਹੈਗਾ, ਠੀਕ ਹੈ, ਇੰਨਾ ਸਮਾਂ ਉਹਦੇ ਕੋਲ ਹੈਗਾ, ਪਰ ਫਿਰ ਉਹ ਕਹੇ ਮੈਂ ਤਾਂ ਰਾਈਟ ਆਫ ਪ੍ਰਾਈਵੇਟ ਡਿਫੈਂਸ ਦਾ ਸਹਾਰਾ ਲੈ ਕੇ ਆਪਦਾ ਬਚਾਅ ਕੀਤਾ ਸੀ, ਦੂਜਾ ਨੁਕਸਾਨ ਕਰ ਦੇਵੇ, ਤਾਂ ਉੱਥੇ ਵੀ ਰਾਈਟ ਆਫ ਪ੍ਰਾਈਵੇਟ ਡਿਫੈਂਸ ਦਾ ਸਹਾਰਾ ਨਹੀਂ ਲੈ ਜਾ ਸਕਦਾ। ਜਿੱਥੇ ਵਿਅਕਤੀ ਕੋਲ ਇੰਨਾ ਸਮਾਂ ਹੈਗਾ ਆਪਦੇ ਆਪ ਨੂੰ ਬਚਾਉਣ ਦੀ ਖਾਤਰ, ਉਹ ਜਾ ਕੇ ਥਾਣੇ ਦੇ ਵਿੱਚ ਆਪਦੀ ਕੰਪਲੇਂਟ ਵੀ ਕਰ ਸਕਦਾ ਹੈ, ਉਹਦੇ ਕੋਲ ਸਮਾਂ ਹੈਗਾ, ਪਰ ਨਹੀਂ ਸਮਾਂ ਉਹ ਜਿਹਦੀ ਬੈਨੀਫਿਟ ਉਹ ਥਾਣੇ 'ਚ ਜਾਣ ਦਾ ਜਾਂ ਕੰਪਲੇਂਟ ਕਰਨ ਦਾ ਸਹਾਰਾ ਲੈਣ ਦੀ ਬਜਾਏ ਉਹ ਵਿਅਕਤੀ ਨੂੰ ਨੁਕਸਾਨ ਕਰਦਾ ਹੈ, ਤਾਂ ਫਿਰ ਬਾਅਦ 'ਚ ਉਹ ਕਹਿੰਦਾ ਵੀ ਮੈਂ ਤਾਂ ਰਾਈਟ ਆਫ ਪ੍ਰਾਈਵੇਟ ਡਿਫੈਂਸ ਯੂਜ਼ ਕੀਤਾ ਸੀਗਾ। ਨੋ, ਦੇयर इज नो ਰਾਈਟ ਆਫ ਪ੍ਰਾਈਵੇਟ ਡਿਫੈਂਸ। ਜਿੱਥੇ ਵਿਅਕਤੀ ਕੋਲ ਸਮਾਂ ਹੈਗਾ ਉਹ ਆਪਦੀ ਜਾ ਕੇ ਕੰਪਲੇਂਟ ਵੀ ਕਰ ਸਕਦਾ ਹੈ, ਆਪਦਾ ਬਚਾਅ ਵੀ ਕਰ ਸਕਦਾ ਹੈ, ਦੈਨ ਉਹ ਇਸ ਦਾ ਬੈਨੀਫਿਟ ਨਹੀਂ ਲੈ ਸਕਦਾ। extent to which the right of may be exercised, the right of private defense in no case extends to the inflicting more harm than it is necessary to inflict। ਇੱਥੇ ਇਹ ਕਿਹਾ ਗਿਆ ਹੈਗਾ ਵੀ ਜੇ ਕੋਈ ਰਾਈਟ ਆਫ ਪ੍ਰਾਈਵੇਟ ਡਿਫੈਂਸ ਯੂਜ਼ ਕਰਦਾ ਹੈ ਤਾਂ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਉਹਨੂੰ ਲੱਗਦਾ ਬੰਦਾ ਛੁੱਟੀ ਲੈ ਕੇ ਆ ਰਿਹਾ ਉਹਦੇ ਮਾਰੇਗਾ ਤੇ ਆਪ ਉਹ ਤਲਵਾਰ ਲੈ ਕੇ ਉਹਦੀ ਗਰਦਨ ਵੱਢ ਦੇਵੇ, ਠੀਕ ਹੈ। ਇਟ ਇਜ਼ ਨਾਟ ਅ ਰਾਈਟ ਆਫ ਪ੍ਰਾਈਵੇਟ ਡਿਫੈਂਸ। ਜਿੰਨਾ ਕਿ ਤੁਸੀਂ ਆਪਦਾ ਬਚਾਅ ਕਰਨਾ ਚਾਹੁੰਦੇ ਹੋ ਤਾਂ ਉਹਨਾਂ ਕੀ ਤੁਸੀਂ ਵੀ ਉਹਨਾਂ ਕੀ ਉਹਦੇ ਅਗੇਂਸਟ ਉਹਦਾ ਨੁਕਸਾਨ ਕਰ ਸਕਦੇ ਹੋ, ਠੀਕ ਹੈ, ਉਸ ਤੋਂ ਜ਼ਿਆਦਾ ਨਹੀਂ ਕਰ ਸਕਦੇ। ਇੱਥੇ ਇਹੀ ਕਿਹਾ ਗਿਆ ਵੀ ਐਕਸਟੈਂਟ ਟੂ ਵਿਚ ਦਾ ਰਾਈਟ ਮੇ ਬੀ ਐਕਸਰਸਾਈਜ਼, ਕਿੰਨਾ ਕੁ ਜਿਹੜਾ ਹੈਗਾ ਰਾਈਟ ਹੈ ਤੁਸੀਂ ਯੂਟਿਲਾਈਜ਼ ਕੀਤਾ ਜਾ ਸਕਦਾ ਤੁਹਾਡੇ ਵੱਲੋਂ। ਦਾ ਰਾਈਟ ਆਫ ਪ੍ਰਾਈਵੇਟ ਡਿਫੈਂਸ ਇਨ ਨੋ ਕੇਸ ਐਕਸਟੈਂਡਸ ਟੂ ਇਨਫਲਿਕਟਿੰਗ ਮੋਰ ਹਾਰਮ। ਦੂਜੇ ਵਿਅਕਤੀ ਦੀ ਜ਼ਿਆਦਾ ਜਿਹੜੀ ਨੁਕਸਾਨ ਕਰਨ ਦੀ ਮਨਸ਼ਾ ਨਹੀਂ ਹੋਣੀ ਚਾਹੀਦੀ, ਮੋਰ ਹਾਰਮ ਦੈਨ ਇਟ ਇਜ਼ ਨੈਸੈਸਰੀ, ਜਿੰਨੀ ਕੁ ਲੋੜ ਹੋਵੇ। ਲੋੜ ਦੇ ਮੁਤਾਬਕ ਤੁਸੀਂ ਉਸ ਨੂੰ ਨੁਕਸਾਨ ਕਰ ਸਕਦੇ ਹੋ ਆਪਦੇ ਬਚਾਅ ਦੀ ਖਾਤਰ, ਪਰ ਹੁਣ ਤੁਸੀਂ ਬਹੁਤ ਵੱਡੇ ਪੱਧਰ ਤੇ ਨੁਕਸਾਨ ਨਹੀਂ ਕਰ ਸਕਦੇ। Explanation: a person is not deprived of the right of private defense against an act done or attempt to be done by a public servant as such unless he knows or has reason to believe that the person doing the act is such public servant।
ਜੇਕਰ ਵਿਅਕਤੀ ਨੂੰ ਪਤਾ ਵੀ ਇਹ ਪਬਲਿਕ ਸਰਵੈਂਟ ਹੈਗਾ, ਠੀਕ ਹੈ, ਫਿਰ ਤਾਂ ਉਹ ਇਹਦਾ ਸਹਾਰਾ ਨਹੀਂ ਲੈ ਸਕਦਾ। ਪਰ ਜੇ ਉਹਨੂੰ ਪਤਾ ਹੈ ਵੀ ਪਬਲਿਕ ਸਰਵੈਂਟ ਹੈ, ਨੋਜ਼, ਉਹਨੂੰ ਪਤਾ ਹੈ, ਬਲੀਵ ਕਰਦਾ, ਵਿਸ਼ਵਾਸ ਵੀ ਉਹਨੂੰ ਹੈਗਾ ਵੀ ਇਹ ਪਬਲਿਕ ਸਰਵੈਂਟ ਹੈ ਤੇ ਮੈਨੂੰ ਉਹ ਕਿਸੇ ਲਾਅ ਦੇ ਅਗੇਂਸਟ ਉਹਨੂੰ ਪਕੜਨ ਦੇ ਲਈ ਆਇਆ ਹੈਗਾ, ਠੀਕ ਹੈ, ਤਾਂ ਉਹਦਾ ਸਹਾਰਾ ਉਹ ਪ੍ਰਾਈਵੇਟ ਡਿਫੈਂਸ ਦਾ ਨਹੀਂ ਲੈ ਸਕਦਾ। ਪਰ ਜੇਕਰ ਉਹਨੂੰ ਪਤਾ ਵੀ ਉਹਨੂੰ ਨਹੀਂ ਸਮਝ ਹੈਗੀ ਬਿਲਕੁਲ ਵੀ ਇਹ ਪ੍ਰਾਈਵੇਟ ਪਬਲਿਕ ਸਰਵੈਂਟ ਹੈ ਜਾਂ ਮੈਨੂੰ ਕਿਸੇ ਕਾਨੂੰਨ ਦੇ ਤਹਿਤ ਕੋਈ ਅਰੈਸਟ ਕਰਨ ਦੇ ਲਈ ਆਇਆ ਹੈਗਾ, ਤਾਂ ਉਹ ਬੰਦਾ ਜਿਹੜਾ ਰਾਈਟ ਆਫ ਪ੍ਰਾਈਵੇਟ ਡਿਫੈਂਸ ਯੂਜ਼ ਕਰਦਾ ਹੈ ਕੋਈ, ਤਾਂ ਉਹ ਕਰ ਸਕਦਾ ਹੈ। Next is section 100, when the right of private defense of the body extends to causing death। देखो बहुत इंपॉर्टेंट है सेक्शन 100, when the right of private defense of the body extends to causing death। राइट ऑफ प्राइवेट डिफेंस यूज करते करते दूजे बंदे की मौत हो जाती है। राइट ऑफ प्राइवेट डिफेंस यूज करते करते दूजे बंदे चाकू मार दिता जाता है, छुरा मार दिता जाता है, ठीक है, अपना बचाव करने की खातर दूजे तो पर इन्ना नुकसान होता भी उसकी मौत हो जाती है। वो इदां दा जिहड़ा राइट ऑफ प्राइवेट डिफेंस कित्थे कित्थे यूटिलाइज हो सकता है, कित्थे कित्थे मन्निया जा सकता भी हाँ ये राइट ऑफ प्राइवेट डिफेंस सीगा, दूजे बंदे ने मार भी दिता, ठीक है, तो उसकी डेथ भी हो गई, फिर भी तुसी राइट ऑफ प्राइवेट डिफेंस का सारा किवें कह सकते हो भी कै लिया जा सकता। वो सैक्शन 100 हैगा, किहड़े केसिस ने ये जे जिहदे विच फर्स्ट की हैगा जिहड़ा हमलावर हैगा, सच एन असाल्ट एज मे रीजनेबली काज द एप्रीहेंशन दैट डेथ विल अदरवाइज बी द कंसीक्वेंसिस ऑफ सच असाल्ट, भी जे मैं ਉਹਨੂੰ नहीं मारांगा तो ये मैनू मार देगा, ਜਿਹੜਾ ਹਮਲਾਵਰ ਹੈ ਮੈਨੂੰ ਮਾਰ ਦੇਗਾ ਜੇ ਮੈਂ ਉਹਨੂੰ ਨਹੀਂ ਮਾਰਾਂਗਾ। ਜੇ ਇਦਾਂ ਦੀ ਸਥਿਤੀ ਹੈਗੀ ਹੈ, ਉਹਦੇ ਕੋਲੇ ਵੀ ਰਿਵਾਲਵਰ ਹੈਗਾ, ਉਹ ਵੀ ਗੋਲੀ ਮਾਰਨ ਨੂੰ ਤਿਆਰ ਹੈਗਾ, ਤੇ ਤੁਸੀਂ ਦੂਜਾ ਬੰਦਾ ਗੋਲੀ ਮਾਰ ਦਿੰਦਾ, ਉਹਦੀ ਮੌਤ ਹੋ ਜਾਂਦੀ ਹੈ, ਇਹ ਪ੍ਰੂਵ ਹੋ ਜਾਵੇ, ਦੂਜੀ ਦੀ ਡੈਥ ਹੋ ਜਾਵੇ, ਠੀਕ ਹੈ, ਤਾਂ ਸੈਕਸ਼ਨ 100 ਦੇ ਤਹਿਤ ਤੁਸੀਂ ਜਿਹੜਾ ਹੈਗਾ ਰਾਈਟ ਆਫ ਪ੍ਰਾਈਵੇਟ ਡਿਫੈਂਸ ਦਾ ਜਿਹੜਾ ਸਹਾਰਾ ਲੈ ਸਕਦੇ ਹੋ। ਇਸੇ ਤਰੀਕੇ ਸੈਕਸ਼ਨ ਸੈਕੰਡਲੀ ਕੀ ਹੈਗਾ, ਸੱਚ ਐਂਡ ਅਸਾਲਟ, ਜਿਹੜਾ ਹਮਲਾਵਰ ਹੈਗਾ ਉਹਦੇ ਤੋਂ ਕਿੰਨਾ ਡਰ ਹੈ, ਕਾਜ਼ ਆਫ ਐਪਰੀਹੈਂਸ਼ਨ ਦੈਟ ਗ੍ਰੀਵੀਅਸ ਹਾਰਟ, ਬਹੁਤ ਵੱਡੇ ਪੱਧਰ ਤੇ ਵੀ ਮਤਲਬ ਕਿ ਲੱਤ ਵੱਢ ਸਕਦਾ ਹੈ, ਤਲਵਾਰ ਮਾਰ ਸਕਦਾ ਹੈ, ਠੀਕ ਹੈ, ਗਰਦਨ ਵੱਢ ਸਕਦਾ ਹੈਗਾ, ਇਦਾਂ ਹੀ ਵਿਲ ਅਦਰਵਾਈਜ਼ ਵੀ ਦਾ ਕੰਸੀਕੁਐਂਸ ਆਫ ਸੱਚ ਅਸਾਲਟ, ਵੀ ਦਾ ਨੁਕਸਾਨ ਮੈਦਾ ਹੋ ਸਕਦਾ ਹੈ। ਫਿਰ ਕੋਈ ਵਿਅਕਤੀ ਉਸ ਤੋਂ ਆਪਦਾ ਪ੍ਰਾਈਵੇਟ ਡਿਫੈਂਸ ਯੂਜ਼ ਕਰਦੇ ਹੋਏ ਉਹਦੀ ਮੌਤ ਦੂਜੇ ਵਿਅਕਤੀ ਦੀ ਹੋ ਜਾਂਦੀ ਹੈ। ਗ੍ਰੀਵੀਅਸ ਹਾਰਟ ਦੀ ਗੱਲ ਕੀਤੀ ਗਈ, ਗ੍ਰੀਵੀਅਸ ਹਾਰਟ, ਠੀਕ ਹੈ, ਤਾਂ ਵੀ ਉਹ ਸੈਕਸ਼ਨ 100 ਦੇ ਤਹਿਤ ਪ੍ਰਾਈਵੇਟ ਡਿਫੈਂਸ ਦਾ ਸਹਾਰਾ ਲਿਆ ਜਾ ਸਕਦਾ ਹੈ। ਇਸੇ ਤਰੀਕੇ ਐਨ ਅਸਾਲਟ ਵਿਦ ਦ ਇੰਟੈਂਸ਼ਨ ਆਫ ਕਮਿਟਿੰਗ ਰੇਪ, ਉਹ ਜਿਹੜਾ ਹਮਲਾਵਰ ਹੈ, ਠੀਕ ਹੈ, ਉਹਦੀ ਇੰਟੈਂਸ਼ਨ ਹੈ ਉਹ ਰੇਪ ਕਮਿਟ ਕਰਨਾ ਚਾਹੁੰਦਾ ਹੈ ਕਿਸੇ ਵੂਮੈਨ ਨੂੰ, ਤਾਂ ਜਿਹੜੀ ਵੂਮੈਨ ਹੈਗੀ ਆ ਆਪਦੇ ਰੇਪ ਨੂੰ ਆਪਣੇ ਤੋਂ ਬਚਾਉਣ ਦੀ ਖਾਤਰ ਵੀ ਮੈਨੂੰ ਇਹ ਰੇਪ ਕਮਿਟ ਕਰ ਰਿਹਾ ਹੈ, ਉਹਦੇ ਤੋਂ ਕੋਈ ਨਾ ਕੋਈ ਐਸਾ ਸਟਰੋਂਗ ਐਕਸ਼ਨ ਲਿਆ ਜਾਂਦਾ ਹੈਗਾ ਤੇ ਕੋਈ ਦੂਜੇ ਵਿਅਕਤੀ ਦੀ ਉਸ ਅਸਾਲਟ ਦੀ ਉਸ ਹਮਲਾਵਰ ਦੀ ਡੈਥ ਹੋ ਜਾਂਦੀ ਹੈ, ਤਾਂ ਉਹ ਵੀ ਇਸ ਜਿਹੜਾ ਸੈਕਸ਼ਨ ਹੈ ਬੈਨੀਫਿਟ ਲੈ ਸਕਦੀ ਹੈ। ਫੋਰਥਲੀ ਐਨ ਅਸਾਲਟ ਆਫ ਵਿਦ ਦ ਇੰਟੈਂਸ਼ਨ ਆਫ ਗ੍ਰੈਟੀਫਾਈਂਗ ਅਨਨੈਚੁਰਲ ਲਸਟ, ਕੋਈ ਵਿਅਕਤੀ ਜਿਹੜਾ ਹੈਗਾ ਆਪਣੀ ਭੁੱਖ ਮਿਟਾਉਣ ਦੀ ਖਾਤਰ ਕਿਸੇ ਵੂਮੈਨ ਦੇ ਨਾਲ ਕੋਈ ਅਨਨੈਚੁਰਲ ਲਸਟ ਕਰਦਾ ਹੈਗਾ, ਰੇਪ ਕਰਨ ਦੀ ਕੋਸ਼ਿਸ਼ ਕਰਦਾ ਹੈ ਅਨਨੈਚੁਰਲ, ਠੀਕ ਹੈ, ਤਦ ਵੀ ਜਿਹੜਾ ਹੈਗਾ ਉਹ ਲੇਡੀ ਵੱਲੋਂ ਕੋਈ ਜਿਹੜਾ ਆਪਣਾ ਮਤਲਬ ਸੈਲਫ ਡਿਫੈਂਸ ਕਰਨ ਦੇ ਵੇਲੇ ਕੋਈ ਨਾ ਕੋਈ ਐਡਾ ਵੱਡੇ ਪੱਧਰ ਤੇ ਉਹ ਵਿਅਕਤੀ ਦੇ ਕੋਈ ਸੱਟ ਮਾਰ ਦਿੱਤੀ ਜਾਂਦੀ ਹੈ, ਉਹਦੀ ਮੌਤ ਹੋ ਜਾਂਦੀ ਹੈ, ਤਦ ਵੀ ਜਿਹੜਾ ਹੈਗਾ ਇਹ ਰਾਈਟ ਆਫ ਪ੍ਰਾਈਵੇਟ ਡਿਫੈਂਸ ਦਾ ਜਿਹੜਾ ਸਹਾਰਾ ਲਿਆ ਜਾ ਸਕਦਾ ਹੈ। ਇਸੇ ਤਰੀਕੇ ਫਿਫਥਲੀ ਕੀ ਹੈਗਾ, ਐਨ ਅਸਾਲਟ, ਇੱਦਾਂ ਦਾ ਹਮਲਾ ਵਿਦ ਦ ਇੰਟੈਂਸ਼ਨ ਆਫ ਕਿਡਨੈਪਿੰਗ ਔਰ ਅਡਾਪਟਿੰਗ, ਕਿਸੇ ਨੂੰ ਚੁੱਕ ਕੇ ਲੈ ਕੇ ਜਾਣਾ ਹੈ, ਉਹਨੂੰ ਮਤਲਬ ਕਿ ਅਡਾਪਟ ਕਰਕੇ ਲੈ ਕੇ ਜਾਣਾ ਹੈ, ਉਸ ਵਿਅਕਤੀ ਨੂੰ ਲੱਗਦਾ ਵੀ ਮੈਨੂੰ ਇਹ ਕਿਡਨੈਪ ਕਰ ਰਹੇ ਨੇ, ਆਪਦੇ ਬਚਾਅ ਦੀ ਖਾਤਰ ਉਹਦੇ ਵੱਲੋਂ ਕੋਈ ਉਹਦਾ ਦੂਜੀ ਵਿਅਕਤੀ ਦਾ ਹਮਲਾਵਰ ਦਾ ਨੁਕਸਾਨ ਹੋ ਜਾਂਦਾ, ਉਹਦੀ ਹਮਲਾਵਰ ਦੀ ਮੌਤ ਹੋ ਜਾਂਦੀ ਹੈ, ਠੀਕ ਹੈ, ਤਦ ਵੀ ਇਸ ਦਾ ਤੁਸੀਂ ਸਹਾਰਾ ਲਿਆ ਜਾ ਸਕਦਾ ਹੈ। ਸਿਕਸਥਲੀ ਕੀ ਹੈਗਾ, ਐਨ ਅਸਾਲਟ ਵਿਦ ਦ ਇੰਟੈਂਸ਼ਨ wrongfully confining a person under circumstances which may reasonably cause him to apprehend that he will be unable to have the recourse to the public authorities for his release, ਵਿਅਕਤੀ ਨੂੰ ਲੱਗਦਾ ਹੈ ਵੀ ਮੈਨੂੰ ਇਹ ਪਕੜ ਕੇ ਕਿਸੇ ਐਸੀ ਜਗ੍ਹਾ ਤੇ ਬੰਦ ਕਰ ਰਹੇ ਨੇ ਤੇ ਮੈਂ ਆਪਦੀ ਕਿਤੇ ਕੰਪਲੇਂਟ ਵੀ ਕਰਨ ਜੋਗਾ ਨਹੀਂ ਹੈਗਾ, ਠੀਕ ਹੈ, ਮੈਂ ਆਪਦੀ ਕਿਸੇ ਅਥਾਰਟੀਜ਼ ਨੂੰ, ਕਿਸੇ ਥਾਣੇ 'ਚ, ਕਿਸੇ ਪੁਲਿਸ ਦੇ ਵਿੱਚ ਕਿਤੇ ਆਪਣੇ ਫੈਮਿਲੀ ਮੈਂਬਰ ਨੂੰ ਦੱਸਣ ਦੇ ਵੀ ਕਾਬਲ ਨਹੀਂ ਹੈਗਾ, ਠੀਕ ਹੈ, ਮੈਨੂੰ ਰੋਂਗਫੁਲੀ ਕਨਫਾਈਨਿੰਗ ਕੀਤਾ ਜਾ ਰਿਹਾ ਹੈ ਉਸ ਵਿਅਕਤੀ ਨੂੰ, ਤਾਂ ਉਹ ਵਿਅਕਤੀ ਆਪਦੇ ਡਿਫੈਂਸ ਦੀ ਖਾਤਰ ਕੋਈ ਦੂਜੇ ਵਿਅਕਤੀ ਨੂੰ ਨੁਕਸਾਨ ਹੁੰਦਾ ਹੈ ਤਾਂ ਡੈਥ ਹੋ ਜਾਂਦੀ ਹੈ ਉਸ ਵਿਅਕਤੀ ਦੀ, ਹਮਲਾਵਰ ਦੀ, ਤਦ ਵੀ ਇਸ ਡਿਫੈਂਸ ਦਾ ਸੈਕਸ਼ਨ 100 ਦਾ
ਜਿਹੜਾ ਸੈਕਸ਼ਨ ਜਿਹੜੀ 100 ਹੈ ਬਹੁਤ ਇੰਪੋਰਟੈਂਟ ਹੈਗੀ ਹੈ, ਤਦ ਵੀ ਉਹਦਾ ਸਹਾਰਾ ਲਿਆ। ਇਹ ਪੇਪਰ 'ਚ ਅਕਸਰ ਪੇਪਰ ਕੁਐਸਚਨ ਆਉਂਦਾ ਰਹਿੰਦਾ ਹੈ। ਤੁਹਾਨੂੰ ਕੁਐਸਚਨ ਇਦਾਂ ਦਾ ਆਉਂਦਾ ਹੈ ਵੀ ਜੇ ਇਹਦੇ ਵਿੱਚ ਜਿਵੇਂ 6 ਦਿੱਤੀਆਂ ਗਈਆਂ ਹੈਗੀਆਂ ਨੇ, ਰੀਜ਼ਨ ਦਿੱਤੇ ਗਏ ਨੇ ਵੀ ਕਿਹੜੀ ਕਿਹੜੀ ਸਥਿਤੀ ਦੇ ਵਿੱਚ ਉਹ ਬੰਦਾ ਵਿਅਕਤੀ ਸਹਾਰਾ ਲੈ ਸਕਦਾ। ਤੁਹਾਨੂੰ ਕਿਸੇ ਇੱਕ ਮਤਲਬ ਸਥਿਤੀ ਜਿਹੜੀ ਕੁਐਸਚਨ 'ਚ ਪਾਈ ਜਾ ਸਕਦੀ ਹੈ ਵੀ ਕੀ ਇਹ ਐਸੀ ਜੀ ਪੋਜੀਸ਼ਨ ਕੋਈ ਆ ਜਾਂਦੀ ਹੈ, ਦੈਨ ਕੀ ਉਹ ਵਿਅਕਤੀ ਉਹਦੇ ਤੋਂ ਡੈਥ ਹੋ ਜਾਂਦੀ ਹੈ ਦੂਜੇ ਵਿਅਕਤੀ ਦੀ, ਹਮਲਾਵਰ ਦੀ, ਤਾਂ ਕੀ ਉਹ ਰਾਈਟ ਆਫ ਪ੍ਰਾਈਵੇਟ ਡਿਫੈਂਸ ਦਾ ਸਹਾਰਾ ਲੈ ਸਕਦਾ ਜਾਂ ਨਹੀਂ ਲੈ ਸਕਦਾ। ਇਦਾਂ ਦਾ ਕੁਐਸਚਨ ਆ ਜਾਂਦਾ, ਫਿਰ ਤੁਸੀਂ ਉਸੇ ਤਰੀਕੇ ਦੇ ਨਾਲ ਜਿਹੜਾ ਆਨਸਰ ਹੈ ਕੰਸਰਨਡ ਉਸੇ ਪ੍ਰੋਵੀਜ਼ਨ ਨੂੰ ਮਤਲਬ ਕਿ ਐਕਸਪਲੇਨ ਕਰਨਾ ਹੈਗਾ ਜਿਸ ਦੇ ਨਾਲ ਸੰਬੰਧਿਤ ਜਿਹੜਾ ਕੁਐਸਚਨ ਹੈ ਸੰਬੰਧਿਤ ਹੋਵੇ। 100 ਸੈਕਸ਼ਨ ਹੋ ਗਏ, ਟਾਈਮ ਵੀ ਹੋ ਗਿਆ। ਠੀਕ ਹੈ ਜੀ, ਅੱਜ ਦੀ ਕਲਾਸ ਇੱਥੇ ਆਪਾਂ ਸਟਾਪ ਕਰਾਂਗੇ। ਤੇ ਕਿਸ ਦਾ ਕੋਈ ਕੁਐਸਚਨ ਹੈ, ਕੋਈ ਪ੍ਰੋਬਲਮ ਹੈ ਤਾਂ ਦੱਸ ਸਕਦਾ ਹੈ ਜੀ। ਐਨੀ ਪ੍ਰੋਬਲਮ, ਐਨੀਬॉडी? ਜੋ ਮੈਂ ਪੜ੍ਹਾ ਰਿਹਾ ਸਮਝ ਆ ਰਿਹਾ ਜੀ, ਕੋਈ ਦਿੱਕਤ ਤਾਂ ਨਹੀਂ ਹੈ? ਹਾਂਜੀ ਹਾਂਜੀ ਹਾਂਜੀ, ਦੱਸੋ ਜਰਾ ਬੋਲ ਕੇ। ਠੀਕ ਹੈ ਜੀ, ਕੋਈ ਪ੍ਰੋਬਲਮ ਤਾਂ ਨਹੀਂ, ਕੋਈ ਜ਼ਿਆਦਾ ਸਪੀਡ ਤਾਂ ਨਹੀਂ ਹੈ ਮੇਰੀ? ਠੀਕ ਹੈ ਸਰ, ਵਧੀਆ। ਕਿਉਂਕਿ ਸਿਲੇਬਸ ਬਹੁਤ ਲੰਮਾ ਚੌੜਾ ਹੈਗਾ। 500 ਸੈਕਸ਼ਨ ਆਈਪੀਸੀ ਦੇ ਨੇ, 500 ਸੈਕਸ਼ਨ ਜਿਹੜੀਆਂ ਹੈਗੀਆਂ ਨੇ ਸੀਆਰਪੀਸੀ ਦੇ ਨੇ, 1000 ਦੇ ਕਰੀਬ ਸੈਕਸ਼ਨ ਹੈਗਾ, ਤਾਂ ਮੈਂ ਥੋੜਾ ਜਿਹਾ ਸਪੀਡ ਮੈਨੂੰ ਰੱਖਣੀ ਪੈਂਦੀ ਹੈਗੀ। ਪਿਛਲੇ ਟਰਮ ਦੇ ਵਿੱਚ ਮੈਨੂੰ ਦਿੱਕਤ ਆਈ ਸੀ, ਕਾਫੀ ਸਿਲੇਬਸ ਜਿਹੜਾ ਹੈਗਾ ਸੀ, ਫਿਰ ਸਾਨੂੰ ਡੇ ਨਾਈਟ ਕਰਕੇ 2-2 3-3 ਕਲਾਸਾਂ ਲਗਾ ਕੇ ਸਿਲੇਬਸ ਕਵਰ ਕਰਨਾ ਪਿਆ ਸੀਗਾ। ਇਸ ਕਰਕੇ ਮੈਂ ਥੋੜਾ ਜਿਹਾ ਸਪੀਡ ਦੇ ਨਾਲ ਚੱਲ ਰਿਹਾ ਤਾਂ ਕਿ ਆਪਣਾ ਸਿਲੇਬਸ ਸਮੇਂ ਸਿਰ ਪੂਰਾ ਖਤਮ ਹੋ ਜਾਵੇ। ਕੋਈ ਪ੍ਰੋਬਲਮ, ਐਨੀ ਕੁਐਸਚਨ? ठीक है जी, ओके, थैंक यू, क्लास इज ओवर, थैंक यू वेरी मच, थैंक यू, सत श्री अकाल, थैंक यू वेरी मच, क्लास इज ओवर।